ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਮਾਰਟ ਮੂਵਜ਼ ਕਲਾਸਿਸ 'ਤੇ। ਅੱਜ ਫੇਰ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਏ ਹਾਂ। ਅੱਜ PS ਟੈਟ ਦੇ ਲਈ ਹਿਸਟਰੀ ਦੇ ਮੋਸਟ ਇੰਪੋਰਟੈਂਟ ਕਲਾਸ ਲੈ ਕੇ ਆਏ ਹਾਂ, ਜੋ ਕਿ NCERT ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੇਸਡ ਕਲਾਸ ਆ ਸਾਰੀ। ਇਹਦੇ ਵਿੱਚੋਂ ਆਪਾਂ ਕਲਾਸ ਬਣਾਈ ਹੈਗੀ। ਸੋ ਮੋਸਟ ਇੰਪੋਰਟੈਂਟ ਕੁਐਸਚਨਸ ਆ ਇਹ। ਸੋ ਤੁਸੀਂ ਕਲਾਸ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਣਾ। ਅਤੇ ਚੈਨਲ 'ਤੇ ਜੇਕਰ ਨਵੇਂ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਤਾਂ ਕਿ ਆਪਣੀਆਂ ਆਉਣ ਵਾਲੀਆਂ ਇੱਦਾਂ ਦੀਆਂ ਹੋਰ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਅੱਜ ਦੀ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ ਅਤੇ ਦੇਖਦੇ ਹਾਂ ਪਹਿਲੇ ਪ੍ਰਸ਼ਨ ਦੇ ਵੱਲ। ਕੀ ਹੈ, ਕਹਿੰਦਾ ਬੇਦ ਸਮਾਜ ਦੀ ਸਥਾਪਨਾ 1864 ਵਿੱਚ ਕਿੱਥੇ ਹੋਈ ਸੀ। ਸੋ ਬੇਦ ਸਮਾਜ ਦੀ ਸਥਾਪਨਾ 1864 ਵਿੱਚ ਕਿੱਥੇ ਹੋਈ ਸੀ? ਕਲਕੱਤਾ, ਜੋ ਕਿ ਪੱਛਮੀ ਬੰਗਾਲ ਵਿੱਚ ਹੈ, ਮਦਰਾਸ, ਚੇਨਈ, ਜਾਮਨਗਰ ਗੁਜਰਾਤ ਦੇ ਵਿੱਚ, ਅੰਮ੍ਰਿਤਸਰ ਪੰਜਾਬ ਦੇ ਵਿੱਚ। ਸੋ ਬੇਦ ਸਮਾਜ ਦੀ ਜੋ ਕਿ ਸਥਾਪਨਾ ਹੋਈ ਸੀ 1864 ਦੇ ਵਿੱਚ, ਉਹ ਹੋਈ ਸੀਗੀ ਮਦਰਾਸ, ਚੇਨਈ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਹੁਣ ਇੱਥੋਂ ਦੋ ਸਵਾਲ ਵੀ ਨਿਕਲ ਕੇ ਆਉਂਦੇ ਆ ਕਿ ਬੇਦ ਸਮਾਜ ਦੀ ਸਥਾਪਨਾ ਕਦੋਂ ਹੋਈ ਸੀ। ਸੋ ਕਦੋਂ ਹੋਈ ਸੀ? 1864 ਦੇ ਵਿੱਚ ਹੋਈ ਸੀ। ਕਿਸ ਦੇ ਦੁਆਰਾ ਕੀਤੀ ਗਈ ਸੀ? ਇਹ ਕੀਤੀ ਗਈ ਸੀ ਕਿ ਕੇਸਵ ਚੰਦਰ ਸੇਨ ਦੇ ਦੁਆਰਾ। ਕੇਸਵ ਚੰਦਰ ਸੇਨ, ਇਹਨੇ ਇਹ ਬੇਦ ਸਮਾਜ ਦੀ ਸਥਾਪਨਾ ਕੀਤੀ ਸੀ। ਅਤੇ KC ਧਰਲੂ ਨਾਇਡੂ, ਇਹ ਦੋਨਾਂ ਨੇ ਰਲ ਕੇ ਬੇਦ ਸਮਾਜ ਦੀ ਸਥਾਪਨਾ ਕੀਤੀ ਸੀ। ਨੈਕਸਟ, ਬ੍ਰਹਮਾ ਸਮਾਜ ਦੇ ਸੰਸਥਾਪਕ ਕੌਣ ਸਨ? ਸੋ ਬ੍ਰਹਮਾ ਸਮਾਜ ਦੇ ਰਾਜਾ ਰਾਮ ਮੋਹਨ ਰਾਏ, ਕੇਸਵ ਚੰਦਰ, ਸਵਾਮੀ ਦਇਆਨੰਦ ਸਰਸਵਤੀ ਜਾਂ ਸਵਾਮੀ ਵਿਵੇਕਾਨੰਦ। ਸੋ ਬ੍ਰਹਮਾ ਸਮਾਜ ਦੇ ਜੋ ਸੰਸਥਾਪਕ ਸਨ ਉਹ ਸਨ ਰਾਜਾ ਰਾਮ ਮੋਹਨ ਰਾਏ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਬ੍ਰਹਮਾ ਸਮਾਜ ਦੀ ਸਥਾਪਨਾ ਹੋਈ ਸੀਗੀ ਕਲਕੱਤਾ ਦੇ ਵਿੱਚ। ਇਹਦੀ ਸਥਾਪਨਾ ਰਾਜਾ ਰਾਮ ਮੋਹਨ ਰਾਏ ਦੇ ਦੁਆਰਾ ਕਲਕੱਤਾ ਦੇ ਵਿੱਚ ਕੀਤੀ ਗਈ ਸੀਗੀ। 20 ਅਗਸਤ 1828 ਈਸਵੀ ਨੂੰ ਇਹਦੀ ਸਥਾਪਨਾ ਕੀਤੀ ਗਈ ਸੀਗੀ। ਸੋ ਇਹ ਜਾਤੀ ਪ੍ਰਥਾ ਨੂੰ ਲੈ ਕੇ ਉਹਦੇ ਖਿਲਾਫ ਇੱਕ ਸਮਾਜ ਅੰਦੋਲਨ ਬਣਾਈ ਗਈ ਸੀਗੀ, ਇਹ ਇੱਕ ਬ੍ਰਹਮਾ ਸਮਾਜ। ਸੋ ਜੋ ਅੱਜ ਦੀ ਕਲਾਸ ਆ ਇਹ ਇਸ ਤਰ੍ਹਾਂ ਨਾਲ ਰਿਲੇਟਡ ਅਤੇ ਜਾਤੀ ਪ੍ਰਥਾ ਨਾਲ ਰਿਲੇਟਡ ਹੈਗੀ, ਕਿਉਂਕਿ ਇਹਦੇ ਵਿੱਚੋਂ ਲਗਭਗ SST ਦੇ ਵਿੱਚ 3 ਤੋਂ 4 ਕੁਐਸਚਨ ਜ਼ਰੂਰ ਪੁੱਛੇ ਜਾਂਦੇ ਹਨ, ਕਿਉਂਕਿ ਇਸ ਤਰ੍ਹਾਂ ਨਾਲ ਰਿਲੇਟਡ ਅਤੇ ਜਾਤੀ ਵਿਵਸਥਾ ਨਾਲ ਰਿਲੇਟਡ ਜਿੰਨੇ ਵੀ ਆਪਣੇ ਸੰਸਥਾਪਕ ਹੋਏ ਹੈਗੇ ਜਾਂ ਆਹ ਬਣੇ ਹੈਗੇ, ਜਿਵੇਂ ਕਿ ਬੇਦ ਸਮਾਜ ਹੋ ਗਿਆ, ਬ੍ਰਹਮਾ ਸਮਾਜ ਹੋ ਗਿਆ, ਸਤੀ ਪ੍ਰਥਾ 'ਤੇ ਰੋਕ ਹੋ ਗਈ, ਵਿਧਵਾ ਵਿਆਹ ਹੋ ਗਿਆ, ਸਾਰੇ ਅੱਜ ਦੀ ਕਲਾਸ ਦੇ ਵਿੱਚ ਕਵਰ ਕੀਤੇ ਹੋਏ ਹੈਗੇ। ਸੋ ਨੈਕਸਟ, ਸਤੀ ਪ੍ਰਥਾ। ਸਤੀ ਪ੍ਰਥਾ ਦੇ ਉੱਪਰ ਰੋਕ ਕਦੋਂ ਲਗਾਈ ਗਈ ਸੀਗੀ? 1811 ਦੇ ਵਿੱਚ, 1829 ਦੇ ਵਿੱਚ, 1929 ਦੇ ਵਿੱਚ ਜਾਂ 1930 ਦੇ ਵਿੱਚ। ਸੋ ਸਤੀ ਪ੍ਰਥਾ ਦੇ ਉੱਪਰ ਜੋ ਕਿ ਰੋਕ ਲਗਾਈ ਗਈ ਸੀ ਇਹ ਲਗਾਈ ਸੀਗੀ 1829 ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਸਤੀ ਪ੍ਰਥਾ ਦੇ ਉੱਪਰ 4 ਦਸੰਬਰ 1829 ਈਸਵੀ ਨੂੰ ਲਾਰਡ ਵਿਲੀਅਮ ਬੈਂਟਿੰਗ ਦੇ ਦੁਆਰਾ ਰਾਜਾ ਰਾਮ ਮੋਹਨ ਰਾਏ ਦੇ ਪ੍ਰਯਾਸ ਸਦਕਾ ਇਹਦੇ ਪੂਰਨ ਤੌਰ 'ਤੇ ਇਹਦੇ 'ਤੇ ਕੀ ਲਾਤੀ ਸੀਗੀ? ਰੋਕ ਲਾਤੀ ਸੀਗੀ। ਸੋ ਲਾਰਡ ਵਿਲੀਅਮ ਬੈਂਟਿਕ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ। ਇਹਨੂੰ ਤੁਸੀਂ ਇੱਕ ਕਹਿ ਲਓ ਕਾਪੀ ਦੇ ਉੱਪਰ ਨੋਟ ਕਰਕੇ ਵੀ ਰੱਖ ਸਕਦੇ ਹੋ ਕਿ ਸਤੀ ਪ੍ਰਥਾ ਲਗਭਗ ਹਰ ਸਾਲ ਪੇਪਰ 'ਚ ਪੁੱਛਿਆ ਜਾਂਦਾ ਹੈਗਾ। ਲਾਰਡ ਵਿਲੀਅਮ ਬੈਂਟਿੰਗ ਨੇ ਰੋਕ ਲਾਈ ਸੀਗੀ। ਸੋ ਕਿਹਦੇ ਸਦਕਾ? ਪ੍ਰਯਾਸ ਕਿਹਦਾ ਸੀਗਾ? ਨਾਲ ਸਾਥ ਕਿਹਨੇ ਦਿੱਤਾ ਸੀਗਾ? ਰਾਜਾ ਰਾਮ ਮੋਹਨ ਰਾਏ ਨੇ। ਉਹ ਵੀ ਇਸ ਚੀਜ਼ ਦੇ ਖਿਲਾਫ ਸੀ। ਉਹ ਕਿਉਂ ਖਿਲਾਫ ਸੀਗੇ? ਉਹਨਾਂ ਦੇ ਬ੍ਰਦਰ ਦੀ ਹੋ ਗਈ ਸੀਗੀ ਡੈਥ, ਰਾਜਾ ਰਾਮ ਮੋਹਨ ਰਾਏ ਜੀ ਦੀ। ਸੋ ਉਹਨਾਂ ਦੀ ਜੋ ਕਿ ਭਰਜਾਈ ਕਹਿ ਲਓ, ਭਾਬੀ ਕਹਿ ਲਓ, ਉਹਨੂੰ ਸਤੀ ਕਰ ਦਿੱਤਾ ਸੀ। ਸੋ ਉੱਥੋਂ ਉਹ ਬਹੁਤ ਪ੍ਰਭਾਵਿਤ ਹੋਏ ਸੀ। ਉਹਨਾਂ ਦੇ ਦਿਮਾਗ 'ਤੇ ਡੂੰਘਾ, ਦਿਲ 'ਤੇ ਡੂੰਘਾ ਅਸਰ ਪਿਆ ਸੀ। ਸੋ ਉੱਥੋਂ ਉਹ ਇਸ ਚੀਜ਼ ਦੇ ਖਿਲਾਫ ਹੋਏ ਸੀਗੇ, ਸਤੀ ਪ੍ਰਥਾ ਦੇ। ਸੋ ਇਸ ਕਰਕੇ ਲਾਰਡ ਵਿਲੀਅਮ ਬੈਂਟਿਕ ਦੇ ਨਾਲ ਰਲ ਕੇ ਰਾਜਾ ਰਾਮ ਮੋਹਨ ਰਾਏ ਨੇ ਇਸ ਪ੍ਰਥਾ ਨੂੰ ਪੂਰਨ ਤੌਰ 'ਤੇ ਰੋਕ ਲਗਵਾਈ ਸੀ 1829 ਦੇ ਵਿੱਚ। ਨੈਕਸਟ, ਸੋ ਇਸ ਤਰ੍ਹਾਂ ਸਤੀ ਪ੍ਰਥਾ ਮਤਲਬ ਕਿ ਇਸਤਰੀ ਨੂੰ ਜਿੰਦਾ ਜਲਾਇਆ ਜਾਂਦਾ ਸੀਗਾ ਉਸ ਦੀ ਪਤੀ ਦੀ ਚਿਤਾ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਫੋਟੋ ਦੇ ਵਿੱਚ। ਨੈਕਸਟ,
ਰਾਜਾ ਰਾਮ ਮੋਹਨ ਰਾਏ ਦੀ ਮੌਤ ਕਦੋਂ ਹੋਈ ਸੀਗੀ? 1793 ਦੇ ਵਿੱਚ, 1811 ਦੇ ਵਿੱਚ, 1833 ਦੇ ਵਿੱਚ ਜਾਂ 1853 ਦੇ ਵਿੱਚ। ਸੋ ਰਾਜਾ ਰਾਮ ਮੋਹਨ ਰਾਏ ਦੀ ਜੋ ਕਿ ਮੌਤ ਹੋਈ ਸੀ ਇਹ ਹੋਈ ਸੀ 1833 ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਜੇਕਰ ਜਨਮ ਪੁੱਛਿਆ ਜਾਵੇ ਤਾਂ ਜਨਮ ਹੋਇਆ ਸੀਗਾ 1772 ਦੇ ਵਿੱਚ। ਇਹ ਹੋਇਆ ਸੀਗਾ ਰਾਜਾ ਰਾਮ ਮੋਹਨ ਰਾਏ ਦਾ ਜਨਮ। ਮੌਤ ਕਦੋਂ ਹੋਈ ਸੀ? 1833 ਦੇ ਵਿੱਚ। ਜੇਕਰ ਵੀਡੀਓ ਨੂੰ ਤੁਸੀਂ ਹਜੇ ਤੱਕ ਲਾਈਕ ਨਹੀਂ ਕੀਤਾ ਤਾਂ ਲਾਈਕ ਜ਼ਰੂਰ ਕਰ ਦਿਓ। ਵਪਾਰ ਅਤੇ ਮਹਾਜਨੀ ਨਾਲ ਜੁੜੀ ਜਾਤੀ ਕੀ ਕਹਾਉਂਦੀ ਹੈਗੀ? ਸੋ ਵਪਾਰ ਅਤੇ ਮਹਾਜਨੀ ਨਾਲ ਜੁੜੀ ਜਾਤੀ ਕੀ ਕਹਾਉਂਦੀ ਆ? ਬ੍ਰਾਹਮਣ, ਵੈਸ਼, ਖੱਤਰੀ ਜਾਂ ਸ਼ੂਦਰ। ਸੋ ਜੋ ਕਿ ਵਪਾਰ ਨਾਲ ਜੁੜੀ ਹੋਈ ਸੀਗੀ ਜਾਤੀ ਉਹ ਸੀ ਵੈਸ਼। ਆਪਸ਼ਨ ਵੀ ਇਜ਼ ਦਾ ਰਾਈਟ ਆਨਸਰ। ਇਹ ਚਾਰ ਜਾਤੀਆਂ ਉਸ ਸਮੇਂ ਚੱਲਦੀਆਂ ਸਨ। ਬ੍ਰਾਹਮਣ, ਵੈਸ਼, ਸ਼ੂਦਰ, ਖੱਤਰੀ। ਸ਼ੂਦਰ ਸੀਗੇ ਜੋ ਕਿ ਉਹ ਕੰਮ ਕਰਦੇ ਸੀਗੇ। ਬ੍ਰਾਹਮਣ ਜੋ ਕਿ ਸਾਰਾ ਦੇਖਦੇ ਸੀਗੇ, ਇਹੀ ਇੱਕ ਗਾਈਡ ਕਰਦੇ ਸੀਗੇ ਉਸ ਸਮੇਂ ਦੇ ਸਮਾਜ ਵਿੱਚ। ਨੈਕਸਟ, ਬ੍ਰਿਟਿਸ਼ ਕਾਲ ਵਿੱਚ ਇਸਤਰੀ ਪੁਰਸ਼ ਤੁਲਨਾ ਕਿਤਾਬ ਜਿਸ ਵਿੱਚ ਇਸਤਰੀ ਅਤੇ ਪੁਰਸ਼ ਦੇ ਵਿੱਚ ਮੌਜੂਦ ਸਮਾਜਿਕ ਫਰਕ ਦੀ ਆਲੋਚਨਾ ਕੀਤੀ ਗਈ ਹੈ, ਹੇਠ ਲਿਖਿਆਂ ਵਿੱਚੋਂ ਕਿਸ ਦੁਆਰਾ ਲਿਖੀ ਗਈ ਆ? ਸੋ ਬੁੱਕ ਹੈਗੀ ਬ੍ਰਿਟਿਸ਼ ਕਾਲ ਵਿੱਚ ਲਿਖੀ ਗਈ ਸੀ ਇਸਤਰੀ ਪੁਰਸ਼ ਤੁਲਨਾ। ਇਹ ਬੁੱਕ ਕਿਸ ਦੇ ਦੁਆਰਾ ਲਿਖੀ ਗਈ ਸੀਗੀ? ਤਾਰਾਬਾਈ ਸ਼ਿੰਦੇ, ਬੇਗਮ ਰਕਈਆ ਸ਼ਕਾਵਤ, ਮੁਮਤਾਜ਼ ਅਲੀ ਜਾਂ ਪੰਡਿਤ ਰਾਮਾਬਾਈ। ਸੋ ਇਹ ਜੋ ਬੁੱਕ ਲਿਖੀ ਗਈ ਸੀ ਇਹ ਲਿਖੀ ਗਈ ਸੀ ਤਾਰਾਬਾਈ ਸ਼ਿੰਦੇ ਦੇ ਦੁਆਰਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਹੇਠ ਲਿਖਿਆਂ ਵਿੱਚੋਂ ਵਿਧਵਾ ਵਿਆਹ ਦੀ ਮਨਜ਼ੂਰੀ ਦਾ ਕਾਨੂੰਨ ਕਿਸ ਦੇ ਸਦਕਾ ਪਾਸ ਹੋਇਆ ਸੀਗਾ? ਸੋ ਵਿਧਵਾ ਵਿਆਹ, ਪਹਿਲਾਂ ਸਤੀ ਪ੍ਰਥਾ ਦੇ ਉੱਪਰ ਰੋਕ ਲੱਗੀ ਸੀ, ਫਿਰ ਵਿਧਵਾ ਵਿਆਹ ਦੇ ਉੱਪਰ ਜੋ ਕਿ ਇਸ ਨੂੰ ਕਾਨੂੰਨ ਬਣਾਇਆ ਗਿਆ ਸੀ ਕਿ ਇੱਕ ਜੋ ਕਿ ਜਿਸ ਦਾ ਪਤੀ ਮਰ ਚੁੱਕਿਆ ਔਰਤ ਦਾ ਉਹ ਵਿਧਵਾ ਹੋ ਚੁੱਕੀ ਸੀ ਉਹ ਦੁਬਾਰਾ ਵਿਆਹ ਕਰਵਾ ਸਕਦੀ ਸੀ। ਇਹ ਮਨਜ਼ੂਰੀ ਕਿਸ ਦੇ ਦੁਆਰਾ ਪਾਸ ਹੋਈ ਸੀਗੀ ਜਾਂ ਸਦਕਾ ਪਾਸ ਹੋਇਆ ਸੀ? ਈਸ਼ਵਰ ਚੰਦਰ ਵਿਦਿਆਸਾਗਰ, ਸਵਾਮੀ ਦਇਆਨੰਦ ਸਰਸਵਤੀ, ਸਵਾਮੀ ਵਿਵੇਕਾਨੰਦ ਜਾਂ ਰਾਜਾ ਰਾਮ ਮੋਹਨ ਰਾਏ। ਸੋ ਇਹ ਜੋ ਮਨਜ਼ੂਰੀ ਹੋਈ ਸੀਗੀ, ਐਕਟ ਪਾਸ ਹੋਇਆ ਸੀਗਾ, ਇਹ ਹੋਇਆ ਸੀਗਾ ਈਸ਼ਵਰ ਚੰਦਰ ਵਿਦਿਆਸਾਗਰ ਦੇ ਸਦਕਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਇਹ ਜੇ ਕੁਐਸਚਨਸ ਬਹੁਤ ਇੰਪੋਰਟੈਂਟ ਹਨ ਕਿਉਂਕਿ ਇਹ ਹਰ ਸਾਲ ਪੇਪਰ ਦੇ ਵਿੱਚ ਰਿਪੀਟ ਹੁੰਦੇ ਆਉਂਦੇ ਹੈਗੇ। ਸੋ ਅਲੱਗ-ਅਲੱਗ ਤਰੀਕਿਆਂ ਨਾਲ ਇਹ ਪ੍ਰਸ਼ਨ ਪੁੱਛੇ ਜਾਂਦੇ ਹੈਗੇ। ਸੋ 1856 ਦੇ ਵਿੱਚ ਇਹ ਜੋ ਐਕਟ ਸੀਗਾ ਇਹ ਪਾਸ ਹੋਇਆ ਸੀਗਾ, ਵਿਧਵਾ ਵਿਆਹ ਕਾਨੂੰਨ ਐਕਟ। ਇਸ ਐਕਟ ਦੇ ਅਕੋਰਡਿੰਗ ਕੀ ਸੀਗਾ, ਲੇਡੀਜ਼ ਕੀ ਸੀਗੀ ਵਿਆਹ ਕਰਵਾ ਸਕਦੀ ਸੀ ਜੋ ਕਿ ਵਿਧਵਾ ਸੀਗੀ। ਉਸ ਸਮੇਂ ਜੋ ਕਿ ਗਵਰਨਰ ਸੀ ਉਹ ਸੀ ਲਾਰਡ ਡਲਹੌਜੀ। ਉਹਨਾਂ ਦੇ ਕਾਰਜਕਾਲ ਦੇ ਦੌਰਾਨ ਇਹ ਕੀ ਹੋਇਆ ਸੀਗਾ, ਵਿਧਵਾ ਵਿਆਹ ਐਕਟ ਪਾਸ ਹੋਇਆ ਸੀ ਲਾਰਡ ਡਲਹੌਜੀ ਦੇ ਸਮੇਂ। ਸੋ ਇਹ ਵੀ ਤੁਸੀਂ ਕਾਪੀ ਦੇ ਉੱਪਰ ਨੋਟ ਕਰ ਸਕਦੇ ਹੋ 1856 ਦੇ ਵਿੱਚ। ਸੋ ਲਾਰਡ ਡਲਹੌਜੀ ਦਾ ਜੋ ਕਿ ਟਾਈਮ ਪੀਰੀਅਡ ਰਿਹਾ ਸੀਗਾ ਉਹ ਰਿਹਾ ਸੀ 1848 ਤੋਂ ਲੈ ਕੇ 1856 ਦੇ ਵਿੱਚ। ਲਾਰਡ ਡਲਹੌਜੀ ਨਾਲ ਰਿਲੇਟਡ ਹੋਰ ਵੀ ਇੱਕ ਜਾਣਕਾਰੀ ਹੈਗੀ ਕਿ ਉਸ ਦੇ ਸਮੇਂ ਜੋ ਕਿ ਪਹਿਲੀ ਰੇਲ ਸੀਗੀ ਉਹ ਚੱਲੀ ਸੀਗੀ ਇੰਡੀਆ ਦੇ ਵਿੱਚ 1853 ਦੇ ਵਿੱਚ ਇਹ ਰੇਲ ਚੱਲੀ ਸੀਗੀ। ਸੋ ਇਹ ਵੀ ਤੁਸੀਂ ਨੋਟ ਕਰ ਸਕਦੇ ਹੋਗੇ। ਸੋ ਇੱਕ ਲਾਰਡ ਡਲਹੌਜੀ ਦੇ ਸਮੇਂ 1856 ਦੇ ਵਿੱਚ 1854 ਦੇ ਵਿੱਚ ਵੁੱਡ ਡਿਸਪੈਚ ਵੀ ਇਸ ਦੇ ਸਮੇਂ ਹੀ ਆਇਆ ਸੀ ਜਿਸ ਨੂੰ ਸਿੱਖਿਆ ਦਾ ਮੈਗਨਾ ਕਾਰਟਾ ਵੀ ਕਿਹਾ ਜਾਂਦਾ ਹੈਗਾ। ਨੈਕਸਟ ਹੈ ਕਹਿੰਦਾ ਵਿਧਵਾ ਪੁਨਰ ਵਿਆਹ ਐਕਟ ਕਦੋਂ ਪਾਸ ਹੋਇਆ ਸੀਗਾ? ਸੋ ਤੁਸੀਂ ਦੇਖ ਸਕਦੇ ਹੋ ਪ੍ਰਸ਼ਨ ਹੁਣੀ ਆਪਾਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਵਿਧਵਾ ਐਕਟ ਵਿਆਹ ਕਦੋਂ ਪਾਸ ਹੋਇਆ ਸੀ? 1829 'ਚ ਹੋਇਆ ਸੀ ਜਾਂ 91 'ਚ ਹੋਇਆ ਸੀ, 56 'ਚ ਹੋਇਆ ਸੀ ਜਾਂ 1929 'ਚ ਹੋਇਆ ਸੀ? ਸੋ ਵਿਧਵਾ ਪੁਨਰ ਵਿਆਹ ਐਕਟ ਪਾਸ ਹੋਇਆ ਸੀ 1856 ਦੇ ਵਿੱਚ। ਸੋ 1856 ਦੇ ਵਿੱਚ ਈਸ਼ਵਰ ਚੰਦਰ ਵਿਦਿਆਸਾਗਰ ਦੇ ਪ੍ਰਯਾਸ ਦੇ ਸਦਕਾ ਲਾਰਡ ਡਲਹੌਜੀ ਤੋਂ ਇਹਨਾਂ ਨੇ ਕੀ ਸੀ, ਵਿਧਵਾ ਪੁਨਰ ਵਿਆਹ ਐਕਟ ਪਾਸ ਕਰਵਾ ਲਿਆ ਸੀਗਾ। ਸੋ ਆਪਣਾ ਸਹੀ ਉੱਤਰ ਕੀ ਹੋ ਜਾਊਗਾ? ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ, ਵੀਰ ਸਲਿੰਗਮ ਪੰਤਲੂ ਨੇ
ਤੇਲਗੂ ਭਾਸ਼ਾਈ ਇਲਾਕਿਆਂ ਵਿੱਚ ਕਿਸ ਦੇ ਸਮਰਥਨ ਵਿੱਚ ਸੰਗਠਨ ਬਣਾਇਆ ਸੀਗਾ? ਸੋ ਵੀਰਸ਼ਲਿੰਗਮ ਨੇ ਕਿਸ ਦੇ ਸਮਰਥਨ ਵਿੱਚ ਸੰਗਠਨ ਬਣਾਇਆ ਸੀ? ਸਤੀ ਪ੍ਰਥਾ ਦੇ ਵਿਰੁੱਧ ਵਿੱਚ, ਬਾਲ ਵਿਆਹ ਦੇ ਵਿਰੁੱਧ ਵਿੱਚ, ਵਿਧਵਾ ਵਿਆਹ ਦੀ ਮਨਜ਼ੂਰੀ ਦੇ ਹੱਕ ਵਿੱਚ, ਜਾਂ ਉਪਰੋਕਤ ਸਾਰੇ? ਸੋ ਵੀਰਸ਼ਲਿੰਗਮ ਨੇ ਜੋ ਸੰਗਠਨ ਬਣਾਇਆ ਸੀ, ਇਹ ਬਣਾਇਆ ਸੀ ਵਿਧਵਾ ਵਿਆਹ ਦੇ ਹੱਕ ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸੋ ਇਹ ਜੋ ਤੇਲਗੂ ਲੇਖਕ ਸਨ ਵੀਰਸ਼ਲਿੰਗਮ, ਇਹ ਤੇਲਗੂ ਲੇਖਕ ਸਨ। ਇਹਨਾਂ ਨੂੰ ਆਂਧਰਾ ਪ੍ਰਦੇਸ਼ ਦਾ ਰਾਜਾ ਰਾਮ ਮੋਹਨ ਰਾਏ ਵੀ ਕਿਹਾ ਜਾਂਦਾ ਗਾ। ਸੋ ਇਹਨਾਂ ਨੂੰ ਗਦ ਟਿਕਾਣਾ ਦੀ ਉਪਾਧੀ ਵਜੋਂ ਵੀ ਜਾਣਿਆ ਜਾਂਦਾ ਗਾ। ਕਿਹੜੀ? ਗਦ ਟਿਕਾਣਾ। ਸੋ ਇਹਨਾਂ ਨੂੰ ਇਹ ਉਪਾਧੀ ਮਿਲੀ ਹੋਈ ਸੀ। ਇਹ ਇੱਕ ਪ੍ਰਸਿੱਧ ਸਮਾਜ ਸੁਧਾਰਕ ਸਨ। ਸੋ ਆਪਣਾ ਵੀਰਸ਼ਲਿੰਗਮ ਦੁਆਰਾ ਕੀ ਸੀ? ਵਿਧਵਾ ਵਿਆਹ ਦੀ ਮਨਜ਼ੂਰੀ ਦੇ ਹੱਕ ਵਿੱਚ ਸੀਗਾ ਸੰਗਠਨ ਬਣਾਇਆ ਗਿਆ ਸੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ, ਆਰੀਆ ਸਮਾਜ ਦੇ ਸੰਸਥਾਪਕ ਕੌਣ ਸਨ? ਸੋ ਆਰੀਆ ਸਮਾਜ ਦੇ ਸੰਸਥਾਪਕ ਕੌਣ ਸਨ? ਸਵਾਮੀ ਵਿਵੇਕਾਨੰਦ, ਸਵਾਮੀ ਦਇਆਨੰਦ ਸਰਸਵਤੀ ਜੀ, ਰਾਜਾ ਰਾਮ ਮੋਹਨ ਰਾਏ, ਜਾਂ ਪੰਡਿਤ ਰਮਾਬਾਈ। ਸੋ ਆਰੀਆ ਸਮਾਜ ਦੀ ਸਥਾਪਨਾ ਹੋਈ ਸੀਗੀ, ਇਹ ਕੀਤੀ ਸੀਗੀ ਸਵਾਮੀ ਦਇਆਨੰਦ ਸਰਸਵਤੀ ਨੇ। ਸੋ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਕਦੋਂ ਹੋਈ ਸੀ ਆਰੀਆ ਸਮਾਜ ਦੀ ਸਥਾਪਨਾ? ਇਹ ਹੋਈ ਸੀਗੀ 10 ਅਪ੍ਰੈਲ 1875 ਨੂੰ ਇਸ ਦੀ ਸਥਾਪਨਾ ਹੋਈ ਸੀ। ਸੋ ਆਰੀਆ ਸਮਾਜ ਦੀ ਸਥਾਪਨਾ ਹੋਈ ਸੀ ਸਵਾਮੀ ਵਿਵੇਕਾਨੰਦ ਦੇ ਦੁਆਰਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਤੁਸੀਂ ਜੋ ਕਿ ਪ੍ਰਮੁੱਖ ਇਤਿਹਾਸਿਕ ਸੰਸਥਾਵਾਂ ਆਂ, ਜਿਵੇਂ ਕਿ ਬ੍ਰਹਮਾ ਸਮਾਜ ਦੀ ਸਥਾਪਨਾ ਰਾਜਾ ਰਾਮ ਮੋਹਨ ਰਾਏ ਨੇ ਕੀਤੀ ਸੀ 1828 ਦੇ ਵਿੱਚ। ਪ੍ਰਾਰਥਨਾ ਸਮਾਜ ਦੀ ਸਥਾਪਨਾ ਕੀਤੀ ਸੀ ਕੇਸ਼ਵ ਚੰਦਰ ਸੈਨ ਨੇ 1867 ਦੇ ਵਿੱਚ। ਆਰੀਆ ਸਮਾਜ ਦੀ ਸਥਾਪਨਾ ਹੋਈ ਸੀਗੀ ਦਇਆਨੰਦ ਸਰਸਵਤੀ ਦੇ ਦੁਆਰਾ 1875 ਦੇ ਵਿੱਚ। ਇੰਡੀਅਨ ਐਸੋਸੀਏਸ਼ਨ ਦੀ ਸਥਾਪਨਾ ਹੋਈ ਸੀ ਸੁਰਿੰਦਰ ਨਾਥ ਬੈਨਰਜੀ ਦੇ ਦੁਆਰਾ 1876 ਦੇ ਵਿੱਚ। ਸੋ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਹੋਈ ਸੀ ਏ.ਓ. ਹਿਊਮ ਦੇ ਦੁਆਰਾ 1885 ਦੇ ਵਿੱਚ। ਬਹੁਤ ਇੰਪੋਰਟੈਂਟ ਆ, ਬਹੁਤ ਵਾਰ ਪੇਪਰ ਦੇ ਵਿੱਚ ਪੁੱਛਿਆ ਹੋਇਆ ਸਵਾਲ ਹੈਗਾ। ਸੋ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਹੋਈ ਸੀ 1896 ਦੇ ਵਿੱਚ ਸਵਾਮੀ ਵਿਵੇਕਾਨੰਦ ਜੀ ਦੁਆਰਾ। ਸਰਵੈਂਟਸ ਆਫ ਇੰਡੀਅਨ ਸੁਸਾਇਟੀ ਦੀ ਹੋਈ ਸੀਗੀ ਗੋਪਾਲ ਕ੍ਰਿਸ਼ਨ ਗੋਖਲੇ ਦੇ ਦੁਆਰਾ 1905 ਦੇ ਵਿੱਚ। ਗਦਰ ਪਾਰਟੀ ਦੀ ਹੋਈ ਸੀ ਸੋਹਣ ਸਿੰਘ ਭਕਨਿਆਂ ਦੇ ਦੁਆਰਾ, ਲਾਲਾ ਤੇ ਲਾਲਾ ਹਰਦਿਆਲ ਦੁਆਰਾ 1913 ਦੇ ਵਿੱਚ। ਹੋਮ ਰੂਲ ਪਾਰਟੀ ਦੀ ਹੋਈ ਸੀ ਬਾਲ ਗੰਗਾਧਰ ਤਿਲਕ ਨੇ ਕੀਤੀ ਸੀਗੀ 1916 ਦੇ ਵਿੱਚ। ਸਵਰਾਜ ਪਾਰਟੀ ਮੋਤੀ ਲਾਲ ਨਹਿਰੂ ਤੇ ਚਿਤਰੰਜਨ ਦਾਸ ਨੇ 1923 ਵਿੱਚ ਕੀਤੀ ਸੀ। ਅਤੇ ਫਾਰਵਰਡ ਬਲਾਕ ਦੀ ਸੁਭਾਸ਼ ਚੰਦਰ ਬੋਸ ਨੇ ਕੀਤੀ ਸੀਗੀ 1939 ਦੇ ਵਿੱਚ। ਇਹ ਜਿੰਨੀਆਂ ਵੀ ਸੰਸਥਾਵਾਂ ਹਨ ਬਹੁਤ ਜ਼ਿਆਦਾ ਇੰਪੋਰਟੈਂਟ ਹਨ। ਇਹਨਾਂ ਦਾ ਤੁਸੀਂ ਸਕਰੀਨਸ਼ਾਟ ਵੀ ਲੈ ਸਕਦੇ ਹੋ ਜਾਂ ਕਾਪੀ ਪਰ ਨੋਟ ਵੀ ਕਰ ਸਕਦੇ ਹੋ। ਇਹਦਾ PDF ਵੀ ਤੁਹਾਨੂੰ ਟੈਲੀਗ੍ਰਾਮ ਦੇ ਵਿੱਚ ਮਿਲ ਜਾਊਗਾ, ਉੱਥੋਂ ਵੀ ਤੁਸੀਂ ਦੇਖ ਸਕਦੇ ਹੋ। ਸੋ ਪਰ ਇਹਨਾਂ ਦੇ ਵਿੱਚੋਂ ਇੰਨੀਆਂ ਕੁ ਸੰਸਥਾਵਾਂ ਦੇ ਵਿੱਚੋਂ ਇੱਕ ਜਾਂ ਦੋ ਪ੍ਰਸ਼ਨ ਜ਼ਰੂਰ ਪੁੱਛੇ ਜਾਣਗੇ। ਇਹ ਗੱਲ ਦੀ 101% ਗਰੰਟੀ ਹੈ। ਸੋ ਇਹਨੂੰ ਤੁਸੀਂ PS ਟੈਟ ਦੇ ਲਈ ਰੈਡੀ ਕਰ ਸਕਦੇ ਹੋ। ਨੈਕਸਟ, ਪੂਰਬੀ ਬੰਗਾਲ ਦੇ ਚੰਡਾਲ ਕਾਸ਼ਤਕਾਰਾਂ ਦਾ ਅੰਦੋਲਨ ਕਿਸ ਨੇ ਚਲਾਇਆ ਸੀਗਾ? ਸੋ ਪੂਰਬੀ ਬੰਗਾਲ ਦੇ ਚੰਡਾਲ ਕਾਸ਼ਤਕਾਰਾਂ ਦਾ ਅੰਦੋਲਨ ਘਾਸੀਦਾਸ ਨੇ, ਹਰੀਦਾਸ ਠਾਕੁਰ ਨੇ, ਸ਼੍ਰੀ ਨਾਰਾਇਣ ਗੁਰੂ ਨੇ, ਜਾਂ ਸਵਾਮੀ ਦਇਆਨੰਦ ਨੇ। ਸੋ ਪੂਰਬੀ ਬੰਗਾਲ ਦੇ ਜੋ ਚੰਡਾਲ ਕਾਸ਼ਤਕਾਰਾਂ ਦਾ ਅੰਦੋਲਨ ਚਲਾਇਆ ਸੀ, ਇਹ ਚਲਾਇਆ ਸੀ ਹਰੀਦਾਸ ਠਾਕੁਰ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, ਕੇਰਲ ਵਿੱਚ ਸਥਿਤ ਨੀਵੀਂ ਜਾਤੀ ਦੇ ਲੋਕਾਂ ਦਾ ਅੰਦੋਲਨ ਕਿਸ ਨੇ ਚਲਾਇਆ ਸੀ? ਸੋ ਕੇਰਲਾ ਦੇ ਵਿੱਚ ਸਥਿਤ ਨੀਵੀਂ ਜਾਤੀ ਦੇ ਜੋ ਕਿ ਲੋਕ ਸੀ ਉਹਦੇ ਲਈ ਅੰਦੋਲਨ ਚਲਾਇਆ ਗਿਆ ਸੀ। ਕਿਹਨੇ ਚਲਾਇਆ ਸੀਗਾ? ਇੱਕ ਬਰਾਬਰ ਦਾ ਅਹੁਦਾ ਦਿਵਾਉਣ ਦੇ ਲਈ ਪੇਰੀਆਰ ਨੇ, ਹਰੀਦਾਸ ਠਾਕੁਰ ਨੇ, ਸ਼੍ਰੀ ਨਾਰਾਇਣ ਗੁਰੂ ਨੇ, ਜਾਂ ਜੋਤੀਬਾ ਰਾਓ ਫੂਲੇ ਨੇ। ਸੋ ਇਹ ਜੋ ਅੰਦੋਲਨ ਚਲਾਇਆ ਸੀ, ਇਹ ਚਲਾਇਆ ਸੀ ਸ਼੍ਰੀ ਨਾਰਾਇਣ ਗੁਰੂ ਨੇ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ, ਉਹ ਜਾਤੀਆਂ ਜੋ ਆਂਧਰਾ ਪ੍ਰਦੇਸ਼ ਵਿੱਚ ਜੁੱਤੀਆਂ ਬਣਾਉਂਦੀਆਂ ਸਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ? ਸੋ ਜੋ ਆਂਧਰਾ ਪ੍ਰਦੇਸ਼ ਦੇ ਵਿੱਚ ਜੁੱਤੀਆਂ ਬਣਾਉਂਦੇ ਸੀ, ਉਹਨਾਂ ਨੂੰ ਕੀ ਕਿਹਾ ਜਾਂਦਾ ਸੀ? ਜੁਲਾਹਾਸ, ਜਾਨੀ ਕਿ ਜੁਲਾਹੀ, ਜਿਹਨੂੰ ਆਪਾਂ ਕਹਿ ਦਿੰਦੇ ਹੈਗੇ ਮੈਡੀਗਾਸ, ਹਰੀਜਾਨ, ਜਾਂ ਕਿਨਰਾਸ। ਸੋ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ? ਉਹਨਾਂ ਨੂੰ ਕਿਹਾ ਜਾਂਦਾ ਸੀ ਮੈਡੀਗਾਸ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਇਹ ਵੀ ਇੱਕ
ਇੰਪੋਰਟੈਂਟ ਕੁਐਸਚਨ ਹੈਗਾ, ਇਸ ਨੂੰ ਵੀ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈਗਾ। ਨੈਕਸਟ, ਕਿਸ ਨੇ ਪਟਨਾ ਵਿੱਚ ਮੁਸਲਿਮ ਕੁੜੀਆਂ ਲਈ ਸਕੂਲ ਸ਼ੁਰੂ ਕੀਤੇ ਸੀ? ਸੋ ਕੁੜੀਆਂ ਲਈ ਉਸ ਸਮੇਂ, ਮੁਸਲਿਮ ਕੁੜੀਆਂ ਲਈ ਜੋ ਕਿ ਮਤਲਬ ਕਿ ਕੀ ਸੀਗਾ, ਪੜ੍ਹਾਈ ਤੋਂ ਵਾਂਝੇ ਰੱਖਿਆ ਜਾਂਦਾ ਸੀਗਾ, ਉਹਨਾਂ ਨੂੰ ਪੜ੍ਹਨ ਲਈ ਨਹੀਂ ਭੇਜਿਆ ਜਾਂਦਾ ਸੀ। ਇਸਤਰੀਆਂ ਦੀ ਹਾਲਾਤ ਬਹੁਤ ਬੁਰੇ ਸਨ ਉਸ ਸਮੇਂ। ਸੋ ਕਿਹਨੇ ਮੁਸਲਿਮ ਕੁੜੀਆਂ ਦੇ ਲਈ ਸਕੂਲ ਖੋਲ੍ਹੇ ਸੀਗੇ? ਬੇਗਮ ਰੁਕਇਆ ਸ਼ੇਖਾਵਤ ਹੁਸੈਨ, ਬੇਗਮ ਕੌਸਰਵੀ, ਬੇਗਮ ਜੀਨਤ ਮਹਿਲ ਜਾਂ ਬੇਗਮ ਸਾਨੂਮ। ਸੋ ਇਹ ਜੋ ਸਕੂਲ ਖੋਲ੍ਹੇ ਸਨ ਪਟਨਾ ਦੇ ਵਿੱਚ, ਇਹ ਖੋਲ੍ਹੇ ਸਨ ਬੇਗਮ ਰੋਕਿਆ ਸ਼ੇਖਾਵਤ ਹੁਸੈਨ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਅੰਗਰੇਜ਼ਾਂ ਦੁਆਰਾ ਭਾਰਤੀ ਮਜ਼ਦੂਰਾਂ ਨੂੰ ਖਾਲੀ ਥਾਂ ਦੇ ਡੈਸ਼ ਦੇ ਬਾਗਾਂ ਵਿੱਚ ਕੰਮ ਕਰਨ ਲਈ ਭੇਜਿਆ ਜਾਂਦਾ ਸਨ। ਸੋ ਭਾਰਤ ਦੇ ਮਜ਼ਦੂਰਾਂ ਨੂੰ ਕੀ ਸੀ, ਗੁਲਾਮ ਬਣਾ ਕੇ ਅੰਗਰੇਜ਼ ਕੀ ਕਰਦੇ ਸਨ, ਆਪਦੇ ਬਾਗਾਂ ਦੇ ਵਿੱਚ ਲੈ ਜਾਂਦੇ ਸੀ। ਸੋ ਕਿਹੜੇ ਦੇਸ਼ ਦੇ ਵਿੱਚ ਲੈ ਕੇ ਜਾਂਦੇ ਸੀਗੇ? ਚਾਈਨਾ ਦੇ ਵਿੱਚ, ਮੌਰੀਸ਼ੀਅਸ ਦੇ ਵਿੱਚ, USA ਦੇ ਵਿੱਚ ਜਾਂ ਕੀਨੀਆ ਦੇ ਵਿੱਚ। ਸੋ ਇਹ ਜੋ ਲੈ ਕੇ ਜਾਂਦੇ ਸਨ, ਇਹ ਲੈ ਕੇ ਜਾਂਦੇ ਸਨ ਮੌਰੀਸ਼ੀਅਸ ਦੇ ਵਿੱਚ ਲੈ ਕੇ ਜਾਂਦੇ ਸਨ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਉੱਥੇ ਕੀ ਸੀਗਾ, ਇਹ ਆਪਦੇ ਬਾਗਾਂ ਦੇ ਵਿੱਚ ਲਿਜਾ ਕੇ ਕੰਮ ਕਰਾਉਂਦੇ ਸੀ। ਇੱਧਰੋਂ ਭਾਰਤੀ ਮਜ਼ਦੂਰਾਂ ਨੂੰ ਕੀ ਸੀਗਾ, ਗੁਲਾਮ ਬਣਾ ਕੇ ਲਿਜਾਇਆ ਜਾਂਦਾ ਸੀਗਾ। ਨੈਕਸਟ, ਕਹਿੰਦਾ ਕਿਸ ਨੇ ਸਭ ਤੋਂ ਪਹਿਲਾਂ ਨੀਵੀਂ ਜਾਤੀ ਅਤੇ ਕਬਾਇਲੀ ਬੱਚਿਆਂ ਲਈ ਸਕੂਲ ਸਥਾਪਿਤ ਕੀਤੇ ਸਨ? ਸੋ ਸਭ ਤੋਂ ਪਹਿਲਾਂ ਕਿਹਨੇ ਸੀਗਾ ਜੋ ਨੀਵੀਂ ਜਾਤੀ ਦੇ ਲਈ ਤੇ ਸਕੂਲ ਸਥਾਪਿਤ ਕੀਤੇ ਸਨ? ਈਸਾਈ ਮਿਸ਼ਨਰੀ, ਬ੍ਰਹਮੋ ਸਮਾਜ, ਪ੍ਰੇਰਨਾ ਸਮਾਜ ਜਾਂ ਪ੍ਰਾਰਥਨਾ ਸਮਾਜ। ਸੋ ਇਹ ਸਭ ਤੋਂ ਪਹਿਲਾਂ ਸਕੂਲ ਸਟਾਰਟ ਕੀਤੇ ਸੀ ਈਸਾਈ ਮਿਸ਼ਨਰੀ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਇਹ ਵੀ ਬਹੁਤ ਇੰਪੋਰਟੈਂਟ ਹੈਗਾ। ਕਈ ਵਾਰ ਪੇਪਰ 'ਚ ਇਹ ਵੀ ਪੁੱਛਿਆ ਜਾਂਦਾ ਹੈਗਾ ਕਿ ਈਸਾਈ ਸਭ ਤੋਂ ਪਹਿਲਾਂ ਧਰਮ ਕਿੱਥੇ ਭਾਰਤ ਦੇ ਵਿੱਚ ਸਟਾਰਟ ਹੋਇਆ ਸੀ? ਸੋ ਇਹ ਹੋਇਆ ਸੀਗਾ ਕੇਰਲਾ ਦੇ ਵਿੱਚ। ਇਹ ਵੀ ਕਈ ਵਾਰ ਪੇਪਰ 'ਚ ਪੁੱਛਿਆ ਜਾ ਸਕਦਾ ਹੈਗਾ। ਸੋ ਸਭ ਤੋਂ ਪਹਿਲਾਂ ਜੋ ਨੀਵੀਂ ਜਾਤੀ ਅਤੇ ਕਬਾਇਲੀ ਬੱਚਿਆਂ ਲਈ ਸਕੂਲ ਸਥਾਪਿਤ ਕੀਤੇ ਸਨ, ਇਹ ਕੀਤੇ ਸੀ ਈਸਾਈ ਮਿਸ਼ਨਰੀ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਜ਼ਿਆਦਾਤਰ ਖੇਤਰਾਂ ਵਿੱਚ ਬ੍ਰਾਹਮਣ ਅਤੇ ਖੱਤਰੀ ਆਪਣੇ ਆਪ ਨੂੰ ਡੈਸ਼ ਮੰਨਦੇ ਸਨ। ਸੋ ਕੀ ਮੰਨਦੇ ਸੀ? ਬ੍ਰਾਹਮਣ ਅਤੇ ਖੱਤਰੀ ਆਪਣੇ ਆਪ ਨੂੰ ਉੱਚ ਜਾਤੀ ਦੇ ਲੋਕ, ਹੇਠਲੀ ਜਾਤੀ ਦੇ ਲੋਕ, ਸਿੱਖਿਆ ਸ਼ਾਸਤਰੀ ਮੰਨਦੇ ਸੀ, ਜਾਂ ਆਪਣੇ ਆਪ ਨੂੰ ਸਰਕਾਰ ਵੀ, ਅਸੀਂ ਸਰਕਾਰਾਂ, ਅਸੀਂ ਦੇਸ਼ ਨੂੰ ਚਲਾਉਣੇ ਆਂਗੇ। ਸੋ ਇਹ ਮੰਨਦੇ ਸੀ ਆਪਦੇ ਆਪ ਨੂੰ ਉੱਚ ਜਾਤੀ ਦੇ ਲੋਕ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, BR ਅੰਬੇਦਕਰ ਕਿਸ ਜਾਤੀ ਨਾਲ ਸੰਬੰਧਿਤ ਸਨ? ਸੋ ਡਾਕਟਰ BR ਅੰਬੇਦਕਰ ਕਿਸ ਜਾਤੀ ਨਾਲ ਸੰਬੰਧਿਤ ਸਨ? ਬ੍ਰਾਹਮਣ, ਗੌਂਡ, ਮਹਾਰ ਜਾਂ ਦੁਬਲਾ ਜਾਤੀ ਨਾਲ। ਸੋ BR ਅੰਬੇਦਕਰ ਇਹ ਸਨ ਮਹਾਰ ਜਾਤੀ ਨਾਲ ਰਿਲੇਟਡ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਇਹਨਾਂ ਦਾ ਜਨਮ ਸਾਰਿਆਂ ਨੂੰ ਪਤਾ ਹੀ ਹੋਣਾ ਚਾਹੀਦਾ ਹੈਗਾ ਕਿ ਕਦੋਂ ਹੋਇਆ ਸੀਗਾ, 14 ਅਪ੍ਰੈਲ 1891 ਨੂੰ ਹੋਇਆ ਸੀ। ਸੋ ਜੋ ਇਹਨਾਂ ਦੀ ਡੈਥ ਹੋਈ ਸੀ, ਇਹ ਹੋਈ ਸੀਗੀ 6 ਦਸੰਬਰ 1956 ਨੂੰ। ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਇਹਨਾਂ ਦਾ ਕੀ ਯੋਗਦਾਨ ਆ ਭਾਰਤੀ ਕੌਂਸਟੀਟਿਊਸ਼ਨ ਦੇ ਵਿੱਚ। ਇੱਕ ਕਿਸ ਕਮੇਟੀ ਦੇ ਅਧਿਅਕਸ਼ ਸਨ ਜਾਂ ਪ੍ਰਧਾਨ ਸਨ, ਜੋ ਕਿ ਇੱਕ ਸੰਵਿਧਾਨ ਬਣਾਉਣ ਲਈ ਕਮੇਟੀ ਬਣੀ ਸੀ, ਉਸ ਕਮੇਟੀ ਦਾ ਕੀ ਨਾਮ ਸੀ? ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਪਤਾ ਹੈ ਕਿ ਡਾਕਟਰ BR ਅੰਬੇਦਕਰ ਕਿਸ ਕਮੇਟੀ ਨਾਲ ਉਹਨਾਂ ਦੇ ਅਧਿਅਕਸ਼ ਸਨ ਜਾਂ ਚੇਅਰਮੈਨ ਸਨ ਜਿਸ ਨੇ ਸੰਵਿਧਾਨ ਬਣਾਇਆ ਸੀ। ਸੋ BR ਅੰਬੇਦਕਰ ਨਾਲ ਥੋੜ੍ਹੀ ਜਿਹੀ ਜਾਣਕਾਰੀ ਹੋਰ ਸਾਂਝੀ ਕਰਦੇ ਹਾਂ ਕਿ ਬਾਬਾ ਸਾਹਿਬ ਅੰਬੇਦਕਰ ਦਾ ਜਨਮ ਸਥਾਨ ਮੱਧ ਪ੍ਰਦੇਸ਼ ਭਾਰਤ ਦੇ ਵਿੱਚ ਮਹੂ ਵਿਖੇ ਸਥਿਤ ਹੈ, ਜੋ ਕਿ MP ਦੇ ਵਿੱਚ ਹੈਗਾ। ਬਾਬਾ ਸਾਹਿਬ ਅੰਬੇਦਕਰ ਦਾ ਜਨਮ ਸਥਾਨ ਸੀਗਾ। ਇਹਨਾਂ ਦਾ ਜਨਮ 14 ਅਪ੍ਰੈਲ 1891 ਨੂੰ ਮਹੂ ਦੇ ਵਿੱਚ ਹੋਇਆ ਸੀ। ਇਹ ਮਹਾਰ ਜਾਤੀ ਨਾਲ ਸੰਬੰਧ ਰੱਖਦੇ ਸਨ। ਸੋ ਉਹਨਾਂ ਨੇ ਕੀ ਸੀਗਾ, ਦਲਿਤਾਂ ਦੇ ਉੱਪਰ ਜੋ ਕਿ ਥੋਪੇ ਹੋਏ ਇੱਕ ਜਗੀਰਦਾਰੀ ਨੂੰ ਰੱਦ ਕਰਨ ਲਈ ਸਰਬਸੰਮਤੀ ਸੰਗਠਨ ਸ਼ੁਰੂ ਕੀਤਾ ਸੀਗਾ ਅਤੇ ਵੱਖਰੇ ਵੋਟਰਾਂ ਦੀ ਮੰਗ ਲਈ ਜਨਤਕ ਮੁਹਿੰਮਾਂ ਸ਼ੁਰੂ ਕੀਤੀਆਂ ਸਨ। ਸੋ ਬਾਬਾ ਸਾਹਿਬ ਅੰਬੇਦਕਰ ਨੇ ਦਲਿਤਾਂ ਲਈ ਬਹੁਤ ਸਾਰੇ ਕੰਮ ਕੀਤੇ ਸੀ। ਉਹਨਾਂ ਨੂੰ ਬਰਾਬਰ ਦੇ ਹੱਕ ਦਿਵਾਉਣ ਦੇ ਲਈ ਬਹੁਤ ਸਾਰੇ ਕੰਮ ਕੀਤੇ ਸੀ। 1920 ਦੇ ਦਹਾਕੇ ਵਿੱਚ ਅੰਬੇਦਕਰ ਦੇ ਦੁਆਰਾ ਮਹਾਰਾਸ਼ਟਰ ਵਿੱਚ ਇੱਕ ਵੱਡੀ ਛੂਆਛਾਤ ਅੰਦੋਲਨ ਸ਼ੁਰੂ ਕੀਤਾ ਸੀਗਾ। ਸੋ ਛੂਤਛਾਤ ਦਾ 1920 ਦੇ ਵਿੱਚ ਇੱਕ ਕੀ ਸੀਗਾ, ਅੰਦੋਲਨ ਸਟਾਰਟ ਕੀਤਾ ਸੀ ਮਹਾਰਾਸ਼ਟਰ ਦੇ ਵਿੱਚ। 1924 ਦੇ ਵਿੱਚ ਅੰਬੇਦਕਰ ਨੇ ਬੰਬਈ ਵਿੱਚ
ਬਹਿਸ਼ਕ੍ਰਿਤ ਹਿਤਕਾਰੀਣੀ ਸਭਾ ਸਟਾਰਟ ਕੀਤੀ ਸੀਗੀ। ਸੋ 1932 ਦੇ ਵਿੱਚ ਇਹ ਵੀ ਇੱਕ ਸਭਾ ਸਟਾਰਟ ਕੀਤੀ ਸੀ। 1927 ਦੇ ਵਿੱਚ ਉਹਨਾਂ ਨੇ ਮਰਾਠੀ ਪੰਦਰਵਾੜਾ ਸ਼ੁਰੂ ਕੀਤਾ ਸੀਗਾ ਅਤੇ ਹਿੰਦੂਆਂ ਅਤੇ ਅਛੂਤਾਂ ਵਿਚਕਾਰ ਸਮਾਜਿਕ ਬਰਾਬਰੀ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਸਮਾਜ ਸਮਤਾ ਸੰਘ ਦੀ ਸਥਾਪਨਾ ਕੀਤੀ ਸੀਗੀ। ਸੋ 1927 ਵਿੱਚ ਉਹਨਾਂ ਨੇ ਅਛੂਤਾਂ ਦੇ ਜਨਤਕ ਖੂਹਾਂ ਅਤੇ ਟੈਂਕੀਆਂ ਤੋਂ ਪਾਣੀ ਭਰਨ ਲੈਣ ਦੇ ਅਧਿਕਾਰ ਦੀ ਸਥਾਪਨਾ ਅਤੇ ਮਹਾੜ ਸੱਤਿਆਗ੍ਰਹਿ ਦੀ ਅਗਵਾਈ ਕੀਤੀ ਸੀਗੀ। ਸੋ ਖੂਹਾਂ ਤੋਂ ਪਾਣੀ ਨਹੀਂ ਸੀ ਭਰਨ ਦਿੱਤਾ ਜਾਂਦਾ ਦਲਿਤਾਂ ਨੂੰ, ਸੋ ਨੀਵੀਂ ਜਾਤੀ ਦੇ ਲੋਕਾਂ ਨੂੰ, ਇਸ ਲਈ ਵੀ ਉਹਨਾਂ ਨੇ ਇੱਕ ਮਹਾੜ ਸੱਤਿਆਗ੍ਰਹਿ ਅੰਦੋਲਨ ਸਟਾਰਟ ਕੀਤਾ ਸੀਗਾ। ਸੋ ਉਹਨਾਂ ਨੇ ਕੀ ਸੀਗਾ ਮੰਦਰ ਪ੍ਰਵੇਸ਼ ਅੰਦੋਲਨ ਦਾ ਵੀ ਆਯੋਜਿਤ ਕੀਤਾ ਸੀਗਾ। ਕੀ ਸੀਗਾ ਦਲਿਤਾਂ ਨੂੰ ਕੀ ਸੀਗਾ ਜਾਂ ਛੋਟੀ ਜਾਤੀ ਦੇ ਲੋਕਾਂ ਨੂੰ ਮੰਦਰਾਂ ਦੇ ਵਿੱਚ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾਂਦਾ ਸੀਗਾ, ਜਾਂ ਨਾ ਹੀ ਇਸਤਰੀਆਂ ਨੂੰ ਪ੍ਰਵੇਸ਼ ਕਰਨ ਦਿੱਤਾ, ਚਾਹੇ ਉਹ ਉੱਚ ਜਾਤੀ ਦੀਆਂ ਇਸਤਰੀਆਂ ਹੋਣ, ਚਾਹੇ ਨੀਵੀਂ ਜਾਤੀ ਦੀਆਂ, ਚਾਹੇ ਮੱਧਮ ਵਰਗ ਦੀਆਂ ਇਸਤਰੀਆਂ ਨੂੰ ਕਿਸੇ ਨੂੰ ਵੀ ਉਸ ਸਮੇਂ ਕੀ ਸੀਗਾ ਮੰਦਰ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀਗੀ ਅਤੇ ਦਲਿਤਾਂ ਨੂੰ ਵੀ ਉਸ ਸਮੇਂ ਮੰਦਰ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ। ਸੋ ਇਸ ਕਰਕੇ ਬਾਬਾ ਸਾਹਿਬ ਅੰਬੇਦਕਰ ਨੇ ਕੀ ਸੀਗਾ ਇਸ ਮੰਦਰ ਪ੍ਰਵੇਸ਼ ਅੰਦੋਲਨ ਵੀ ਸਟਾਰਟ ਕੀਤਾ ਸੀਗਾ। 1930-31 ਦੇ ਵਿੱਚ ਗੋਲਮੇਜ਼ ਕਾਨਫਰੰਸ ਤੋਂ ਪਹਿਲਾਂ ਉਹਨਾਂ ਨੇ ਕੀ ਸੀਗਾ ਜੋ ਕਿ ਛੋਟੇ ਦੱਬੇ ਕੁਚਲੇ ਲੋਕ ਸੀਗੇ, ਛੋਟੇ ਵਰਗਾਂ ਦੇ, ਉਹਨਾਂ ਲਈ ਸੰਵਿਧਾਨਕ ਸੁਰੱਖਿਆ ਦੀ ਮੰਗ ਕੀਤੀ ਸੀਗੀ ਇਸ ਗੋਲਮੇਜ਼ ਸੰਮੇਲਨ ਦੇ ਵਿੱਚ। ਸੋ ਉਹਨਾਂ ਨੇ 1931 ਵਿੱਚ ਬੰਬਈ ਵਿੱਚ ਆਲ ਇੰਡੀਆ ਡਿਪਰੈਸਡ ਕਲਾਸੇਜ ਲੀਡਰਸ ਕਾਨਫਰੰਸ ਜੋ ਕਿ ਅਛੂਤਾਂ ਲਈ ਵੱਖਰੇ ਚੋਣ ਖੇਤਰਾਂ ਦੀ ਮੰਗ ਕੀਤੀ ਸੀਗੀ। ਸੋ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਹਨ। ਨੀਵੀਂ ਜਾਤੀ ਜੋ ਕਿ ਉਸ ਸਮੇਂ ਦੇ ਨੀਵੀਂ ਜਾਤੀ ਦੇ ਲੋਕ ਸੀਗੇ ਉਹਨਾਂ ਨੂੰ ਉੱਪਰ ਉੱਚਾ ਚੁੱਕਣ ਦੇ ਲਈ। ਸੋ ਕੌਂਸਟੀਟਿਊਸ਼ਨ ਦੇ ਵਿੱਚ ਜਦੋਂ ਰੈਡੀ ਕਰਵਾਇਆ ਸੀਗਾ ਉਹਨਾਂ ਨੇ ਸਾਰਿਆਂ ਨੂੰ ਇੱਕ ਬਰਾਬਰ ਹੀ ਰੱਖਿਆ ਸੀ ਕਿ ਕੋਈ ਵੀ ਰੱਬ ਦੇ ਦੁਆਰਾ ਇੱਕ ਹੀ ਬੰਦੇ ਬਣਾਏ ਹੋਏ ਇਨਸਾਨ, ਕੋਈ ਵੀ ਉੱਚਾ ਨੀਵਾਂ ਜਾਂ ਗਰੀਬ ਅਮੀਰ ਨਹੀਂ ਹੈ। ਸੋ ਇਹ ਉਹਨਾਂ ਨੇ ਕੌਂਸਟੀਟਿਊਸ਼ਨ ਦੇ ਵਿੱਚ ਸਾਰਿਆਂ ਨੂੰ ਇੱਕ ਬਰਾਬਰ ਹੀ ਸਮਝਿਆ ਗਾ। ਨੈਕਸਟ, ਦੁਬਲਾ ਜਾਤੀ ਦੇ ਲੋਕ ਮੁੱਖ ਤੌਰ 'ਤੇ ਡੈਸ਼ ਰਾਜ ਦੇ ਸਨ। ਸੋ ਦੁਬਲਾ ਜਾਤੀ ਦੇ ਲੋਕ ਕਿਸ ਰਾਜ ਦੇ ਸਨ? ਅਰੁਣਾਚਲ ਪ੍ਰਦੇਸ਼ ਦੇ, ਗੁਜਰਾਤ ਦੇ, ਉੜੀਸਾ ਦੇ ਜਾਂ ਦਿੱਲੀ ਦੇ। ਸੋ ਜੋ ਦੁਬਲਾ ਜਾਤੀ ਦੇ ਲੋਕ ਸੀ ਇਹ ਸੀ ਗੁਜਰਾਤ ਦੇ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, ਸਤਨਾਮੀ ਅੰਦੋਲਨ ਦੀ ਅਗਵਾਈ ਕਿਸ ਦੁਆਰਾ ਕੀਤੀ ਗਈ ਸੀਗੀ? ਘਸੀਦਾਸ ਦੇ ਦੁਆਰਾ, ਮਹਾਰਦਾਸ ਦੇ ਦੁਆਰਾ, ਅੰਬੇਦਕਰ ਦੇ ਦੁਆਰਾ ਜਾਂ ਪੀਸੀ ਰਾਏ ਦੇ ਦੁਆਰਾ। ਸੋ ਸਤਨਾਮੀ ਅੰਦੋਲਨ ਦੀ ਅਗਵਾਈ ਕੀਤੀ ਗਈ ਸੀ ਘਸੀਦਾਸ ਦੇ ਦੁਆਰਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਆਤਮ ਸਨਮਾਨ ਅੰਦੋਲਨ ਦੀ ਅਗਵਾਈ ਕਿਸ ਦੁਆਰਾ ਕੀਤੀ ਗਈ ਸੀਗੀ? ਸੋ ਆਤਮ ਸਨਮਾਨ ਅੰਦੋਲਨ ਦੀ ਅਗਵਾਈ ਪੇਰੀਆਰ ਦੇ ਦੁਆਰਾ, ਅੰਬੇਦਕਰ ਦੇ ਦੁਆਰਾ, ਜੋਤੀਬਾ ਫੂਲੇ ਜਾਂ ਰਾਜਾ ਰਾਮ ਮੋਹਨ ਰਾਏ। ਸੋ ਆਤਮ ਸਨਮਾਨ ਅੰਦੋਲਨ ਦੀ ਜੋ ਕਿ ਕੀਤੀ ਗਈ ਸੀ ਅਗਵਾਈ ਇਹ ਕੀਤੀ ਗਈ ਸੀ ਪੇਰੀਆਰ ਦੇ ਦੁਆਰਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਪੇਰੀਆਰ ਨੂੰ ਈ.ਵੀ. ਰਾਮ ਸਵਾਮੀ ਨਾਇਕਰ ਵੀ ਕਿਹਾ ਜਾਂਦਾ ਗਾ। ਈ.ਵੀ. ਰਾਮ ਸਵਾਮੀ ਨਾਇਕਰ ਵੀ ਕਿਹਾ ਜਾਂਦਾ। ਕਈ ਵਾਰ ਆਪਸ਼ਨ ਦੇ ਵਿੱਚ ਕੀ ਹੁੰਦਾ ਗਾ ਪੇਰੀਆਰ ਨਹੀਂ ਦਿੱਤਾ ਹੁੰਦਾ, ਸੋ ਉਸ ਆਪਸ਼ਨ ਦੇ ਵਿੱਚ ਕੀ ਦਿੱਤਾ ਹੁੰਦਾ ਈ.ਵੀ. ਰਾਮ ਸਵਾਮੀ ਨਾਇਕਰ ਦਿੱਤਾ ਹੋਵੇ। ਸੋ ਇਹਨਾਂ ਦਾ ਨਾਮ ਹੀ ਕੀ ਹੈ ਪੇਰੀਆਰ ਦਾ, ਈ.ਵੀ. ਰਾਮ ਸਵਾਮੀ ਨਾਇਕਰ, ਇਹਨਾਂ ਦੇ ਹੀ ਦੋ ਨਾਮ ਹਨ। ਸੋ ਆਤਮ ਸਨਮਾਨ ਅੰਦੋਲਨ ਦੀ ਸਥਾਪਨਾ ਕੀਤੀ ਸੀ ਈ.ਵੀ. ਰਾਮ ਸਵਾਮੀ ਨਾਇਕਰ ਉਰਫ ਪੇਰੀਆਰ ਨੇ। ਸੋ ਇਹ ਦ੍ਰਾਵਿੜ, ਇਹਨਾਂ ਨੂੰ ਇਸ ਅੰਦੋਲਨ ਨੂੰ ਕੀ ਕਿਹਾ ਜਾਂਦਾ ਸੀਗਾ? ਦ੍ਰਾਵਿੜ ਅੰਦੋਲਨ ਵੀ ਕਿਹਾ ਜਾਂਦਾ ਸੀ। 1925 ਦੇ ਵਿੱਚ ਇਸ ਅੰਦੋਲਨ ਦੀ ਸ਼ੁਰੂਆਤ ਹੋਈ ਸੀ। ਸੋ ਇਸ ਅੰਦੋਲਨ ਦੀ ਜੋ ਸ਼ੁਰੂਆਤ ਹੋਈ ਸੀ ਇਹ ਹੋਈ ਸੀਗੀ ਤਾਮਿਲਨਾਡੂ ਦੇ ਵਿੱਚ। ਸੋ ਆਤਮ ਸਨਮਾਨ ਜਾਂ ਦ੍ਰਾਵਿੜ ਅੰਦੋਲਨ ਦੀ ਕਦੋਂ ਹੋਈ ਸੀਗੀ? ਸਟਾਰਟਿੰਗ 1925 ਦੇ ਵਿੱਚ ਹੋਈ ਸੀਗੀ। ਪੇਰੀਆਰ ਜਾਂ ਈ.ਵੀ. ਰਾਮ ਸਵਾਮੀ ਨਾਇਕਰ ਦੇ ਦੁਆਰਾ ਇਸ ਦੀ ਅਗਵਾਈ ਕੀਤੀ ਗਈ ਸੀ। ਨੈਕਸਟ, ਅਲੀਗੜ੍ਹ ਅੰਦੋਲਨ ਦੀ ਅਗਵਾਈ ਕਿਸ ਦੇ ਦੁਆਰਾ ਕੀਤੀ ਗਈ ਸੀਗੀ? ਸੋ ਅਲੀਗੜ੍ਹ ਅੰਦੋਲਨ ਦੀ ਅਗਵਾਈ ਸਵਾਮੀ ਵਿਵੇਕਾਨੰਦ, ਸਰ ਸੈਯਦ ਅਹਿਮਦ ਖਾਨ, ਅਕਬਰ ਅਲੀ ਖਾਨ ਜਾਂ ਰਹਿਮਤ ਪਠਾਨ। ਸੋ ਅਲੀਗੜ੍ਹ ਅੰਦੋਲਨ ਦੀ ਜੋ ਕਿ ਇਹ ਕੁਐਸਚਨ ਆ ਇਹ ਅਲੱਗ-ਅਲੱਗ ਤਰੀਕਿਆਂ ਨਾਲ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ, ਕਿਉਂਕਿ ਇਹ ਵੀ ਕੁਐਸਚਨ ਹਰ ਸਾਲ ਪੇਪਰ ਦੇ ਵਿੱਚ ਰਿਪੀਟ ਹੁੰਦਾ ਹੀ ਆਉਂਦਾ ਗਾ। ਸੋ ਇਸ ਅੰਦੋਲਨ ਦੀ ਅਗਵਾਈ ਕੀਤੀ ਸੀਗੀ ਸਰ ਸੈਯਦ ਅਹਿਮਦ ਖਾਨ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਸਰ ਸੈਯਦ ਅਹਿਮਦ ਖਾਨ ਕੌਣ ਸਨ? ਇਹਨਾਂ ਦਾ ਜਨਮ ਦਿੱਲੀ ਦੇ ਵਿੱਚ ਹੋਇਆ ਸੀਗਾ।
ਇਹ ਅਲੀਗੜ੍ਹ 'ਚ 1875 ਦੇ ਵਿੱਚ ਇਹਨਾਂ ਨੇ ਕੀ ਸੀਗਾ, ਇੱਕ ਕਾਲਜ ਦੀ ਸਥਾਪਨਾ ਕੀਤੀ ਸੀਗੀ ਜਾਂ ਕਾਲਜ ਸਥਾਪਿਤ ਕੀਤਾ ਸੀਗਾ, ਜੋ ਕਿ ਲਾਰਡ ਲਿਟਨ ਨੇ ਰੱਖੀ ਸੀਗੀ ਨੀਂਹ, ਜਿਸ ਨੇ ਸੋ ਇਹ ਕਾਲਜ ਨੂੰ ਇਹਨਾਂ ਦੀ ਜੋ ਕਿ ਡੈੱਡ ਬੋਡੀ ਸੀਗੀ, ਇਹਨਾਂ ਦੀ ਡੈੱਡ ਬੋਡੀ ਨੂੰ ਇਸ ਕਾਲਜ ਦੇ ਵਿੱਚ ਹੀ ਦਫਨ ਕੀਤਾ ਗਿਆ ਸੀਗਾ ਅਲੀਗੜ੍ਹ ਦੇ ਵਿੱਚ। ਸੋ ਅਲੀਗੜ੍ਹ ਦੇ ਵਿੱਚ ਕੀ ਹੋਇਆ ਸੀਗਾ, ਜੋ ਕਿ ਇਹ ਕਾਲਜ ਸਥਾਪਿਤ ਹੋਇਆ ਸੀਗਾ, ਇਹ ਬਾਅਦ ਵਿੱਚ ਇੱਕ ਮੁਸਲਿਮ ਯੂਨੀਵਰਸਿਟੀ ਵੀ ਇਸ ਨੂੰ ਕਿਹਾ ਜਾਣ ਲੱਗਿਆ ਸੀਗਾ। ਸੋ ਇਹ ਸੀ ਸਰ ਸੈਯਦ ਅਹਿਮਦ ਖਾਨ। 1875 ਦੇ ਵਿੱਚ ਕੀ ਸੀਗਾ, ਇਹਨਾਂ ਨੇ ਇਹ ਕਾਲਜ ਸਥਾਪਿਤ ਕੀਤਾ ਸੀਗਾ ਉੱਤਰ ਪ੍ਰਦੇਸ਼ ਅਲੀਗੜ੍ਹ ਦੇ ਵਿੱਚ। ਨੈਕਸਟ, ਜੋਤੀਬਾ ਫੂਲੇ ਦੁਆਰਾ ਲਿਖੀ ਗਈ ਕਿਤਾਬ ਕੀ ਸੀਗੀ? ਸੋ ਜੋਤੀਬਾ ਫੂਲੇ ਦੇ ਦੁਆਰਾ ਇੱਕ ਕਿਤਾਬ ਲਿਖੀ ਗਈ ਸੀ, ਉਸ ਦਾ ਨਾਮ ਕੀ ਸੀਗਾ? ਸੋ ਉਸ ਦਾ ਨਾਮ ਸੀ ਗੁਲਾਮਗਿਰੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਗੁਲਾਮਗਿਰੀ ਉਹਨਾਂ ਨੇ ਸੀਗੀ, ਇਹ ਕੀ ਸੀਗੀ, ਬੁੱਕ ਲਿਖੀ ਸੀਗੀ। ਗਿਰੀ ਮੀਨਸ ਗੁਲਾਮ ਹੋਣਾ, ਜੋ ਕਿ ਗੁਲਾਮ ਲੋਕਾਂ ਲਈ ਉਹਨਾਂ ਨੇ ਕੀ ਸੀਗਾ, ਗੁਲਾਮੀ ਕਰ ਰਹੇ ਸੀਗੇ ਲੋਕ, ਉਹਨਾਂ ਲਈ ਕੀ ਸੀਗਾ, ਇਹ ਇਹਨਾਂ ਨੇ ਬੁੱਕ ਲਿਖੀ ਸੀਗੀ। ਸੋ ਜੋਤੀਬਾ ਫੂਲੇ ਦਾ ਜਨਮ ਕਦੋਂ ਹੋਇਆ ਸੀਗਾ? ਇਹ ਹੋਇਆ ਸੀਗਾ 11 ਅਪ੍ਰੈਲ 1827 ਨੂੰ ਇਹਨਾਂ ਦਾ ਜਨਮ ਹੋਇਆ ਸੀਗਾ ਮਹਾਰਾਸ਼ਟਰ ਪੁਣੇ ਦੇ ਵਿੱਚ। ਇਹ ਕੀ ਸੀਗਾ, ਜੋ ਕਿ ਥੋਮਸ ਪੇਨ ਦੀ ਇੱਕ ਕਿਤਾਬ ਸੀਗੀ ਰਾਈਟਸ ਆਫ ਪੇਨ, ਉਹਦੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸੀਗੇ। ਉਸ ਤੋਂ ਪ੍ਰਭਾਵਿਤ ਹੋ ਕੇ ਕੀ ਸੀ, ਇਹਨਾਂ ਨੇ ਗੁਲਾਮਗਿਰੀ ਮੀਨਸ ਗੁਲਾਮੀ ਇੱਕ ਪ੍ਰਸਿੱਧ ਪੁਸਤਕ ਲਿਖੀ ਸੀਗੀ। ਸੋ ਇਹਨਾਂ ਨੇ ਇਹ ਜੋ ਬੁੱਕ ਲਿਖੀ ਸੀਗੀ ਲੜਕੀਆਂ ਦੀ ਸਿੱਖਿਆ ਦੇ ਸਮਰਥਨ ਦੇ ਲਈ ਲਿਖੀ ਸੀਗੀ ਕਿ ਉਹਨਾਂ ਲਈ ਅਲੱਗ-ਅਲੱਗ ਸਕੂਲ ਖੋਲ੍ਹੇ ਜਾਣ। ਸੋ ਉਹਨਾਂ ਨੇ ਕੀ ਸੀਗਾ, ਜੋਤੀਬਾ ਫੂਲੇ ਨੇ ਸਕੂਲ ਇੱਕ ਖੋਲ੍ਹਿਆ ਸੀਗਾ ਇਸ ਲੜਕੀਆਂ ਦੀ ਸਿੱਖਿਆ ਦੇ ਲਈ। ਸੋ ਉਹਨਾਂ ਨੇ ਕੀ ਸੀਗਾ, ਆਪਣੀ ਧਰਮ ਪਤਨੀ ਨੂੰ ਵੀ ਪੜ੍ਹਾਇਆ ਸੀਗਾ। ਸੋ ਗੁਲਾਮਗਿਰੀ ਜਾਤੀ ਵਿਵਸਥਾ ਦੇ ਉੱਪਰ ਇੱਕ ਬੁੱਕ ਹੈਗੀ, ਇਹ ਮਰਾਠੀ ਦੇ ਵਿੱਚ ਲਿਖੀ ਹੋਈ ਹੈਗੀ, ਇੰਗਲਿਸ਼ ਦੇ ਨਾਲ ਇੰਗਲਿਸ਼ ਅਤੇ ਮਰਾਠੀ ਲੈਂਗੁਏਜ ਦੋਨਾਂ ਲੈਂਗੁਏਜ ਦੇ ਵਿੱਚ ਇਹ ਲਿਖੀ ਹੋਈ ਹੈਗੀ। ਸੋ 1873 ਦੇ ਵਿੱਚ ਕੀ ਹੋਇਆ ਸੀਗਾ, ਜੋਤੀਬਾ ਫੂਲੇ ਨੇ ਸਮਾਜ ਨੂੰ ਵਿੱਚ ਕੀ ਸੀਗਾ, ਇੱਕ ਸਮਾਨਤਾ ਨੂੰ ਵਧਾਵਾ ਦੇਣ ਲਈ ਇੱਕ ਸੱਤੇ ਸੋਧਕ ਸਮਾਜ ਦੀ ਵੀ ਸਥਾਪਨਾ ਕੀਤੀ ਸੀਗੀ। ਸੋ ਉਹਨਾਂ ਨੇ ਕੀ ਸੀਗਾ, ਅਨਾਥ ਆਸ਼ਰਮ ਵੀ ਖੋਲ੍ਹੇ ਸੀ, ਜੋ ਕਿ ਅਨਾਥ ਬੱਚੇ ਸੀਗੇ, ਜਿਹਨਾਂ ਨੂੰ ਆਪਾਂ ਇੱਕ ਬਦਕਿਸਮਤ ਬੱਚੇ ਵੀ ਕਿਹਾ ਜਾਂਦਾ ਗਾ। ਮਤਲਬ ਕਿ ਇਹ ਇੱਕ ਪਹਿਲਾ ਹਿੰਦੂ ਸੀਗਾ ਜਿਹਨੇ ਅਨਾਥ ਆਸ਼ਰਮ ਖੋਲ੍ਹਿਆ ਸੀਗਾ। ਜੋਤੀਬਾ ਫੂਲੇ ਦਾ ਬਹੁਤ ਯੋਗਦਾਨ ਹੈਗਾ, ਜੋ ਕਿ ਇੱਕ ਸਿੱਖਿਆ ਦੇ ਖੇਤਰ ਵਿੱਚ ਵੀ, ਇਸਤਰੀਆਂ ਨੂੰ ਸਿੱਖਿਆ ਦਿਵਾਉਣ ਦੇ ਖੇਤਰ ਵਿੱਚ ਵੀ ਜੋਤੀਬਾ ਫੂਲੇ ਦਾ ਬਹੁਤ ਜ਼ਿਆਦਾ ਯੋਗਦਾਨ ਹੈਗਾ। ਨੈਕਸਟ ਹੈ, ਕਹਿੰਦਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਕੀਤੀ ਗਈ ਸੀਗੀ? ਆਪਾਂ ਹੁਣੀ ਹੀ ਦੇਖਿਆ ਹੈ ਪਿੱਛੇ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ ਸੀ। ਸੋ ਇਹ ਹੋਈ ਸੀ 1875 ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਕਹਿੰਦਾ ਪਰਮਹੰਸ ਮੰਡਲੀ ਦੀ ਸਥਾਪਨਾ ਕਦੋਂ ਕੀਤੀ ਗਈ ਸੀਗੀ ਜਾਂ ਕਿਸ ਦੇ ਦੁਆਰਾ ਕੀਤੀ ਗਈ ਸੀਗੀ? 1849 ਦੇ ਵਿੱਚ, 42 ਦੇ ਵਿੱਚ, 43 ਦੇ ਵਿੱਚ ਜਾਂ 45 ਦੇ ਵਿੱਚ। ਸੋ ਪਰਮਹੰਸ ਮੰਡਲੀ ਦੀ ਸਥਾਪਨਾ ਹੋਈ ਸੀਗੀ 1849 ਦੇ ਵਿੱਚ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਇਹ ਇੱਕ ਜੋ ਕਿ ਮੰਡਲੀ ਸੀਗੀ, ਇਹ ਸੀਗੀ ਇੱਕ ਸਮਾਜ ਸੁਧਾਰਕ ਸੰਗਠਨ ਸੀਗਾ। ਬੰਬਈ ਦੇ ਵਿੱਚ ਇਹਦੀ ਸਥਾਪਨਾ ਹੋਈ ਸੀਗੀ ਦਾਦੋਬਾ ਪਾਂਡੂਰੰਗ ਦੇ ਦੁਆਰਾ ਇਸ ਦੀ ਕੀ ਸੀਗੀ, ਸਥਾਪਨਾ ਕੀਤੀ ਗਈ ਸੀਗੀ 1849 ਦੇ ਵਿੱਚ ਬੰਬਈ ਦੇ ਵਿੱਚ। ਦਾਦੋਬਾ ਪਾਂਡੂਰੰਗ ਇਹਦੇ ਦੁਆਰਾ ਕੀ ਸੀਗੀ, ਇਹ ਸਥਾਪਨਾ ਕੀਤੀ ਗਈ ਸੀਗੀ। ਨੈਕਸਟ ਕਹਿੰਦਾ ਕਿਸ ਦੀ ਸਥਾਪਨਾ ਹੈਨਰੀ ਡੀਰੋਜ਼ੀਓ ਦੁਆਰਾ ਕੀਤੀ ਗਈ ਸੀਗੀ? ਡੀਰੋਜ਼ੀਓ ਦੁਆਰਾ ਇਹਦੀ ਸਥਾਪਨਾ ਕੀਤੀ ਗਈ ਸੀ। ਕਿਹੜੀ ਅੰਦੋਲਨ ਦੀ ਸਥਾਪਨਾ ਕੀਤੀ ਗਈ ਸੀ? ਜੰਗ ਬੰਗਾਲ ਮੂਵਮੈਂਟ, ਹੋਮ ਰੂਲ ਅੰਦੋਲਨ, ਅਲੀਗੜ੍ਹ ਅੰਦੋਲਨ ਜਾਂ ਪ੍ਰੇਰਨਾ ਸਭਾ। ਸੋ ਹੈਨਰੀ ਦੇ ਦੁਆਰਾ ਜੋ ਕਿ ਕੀਤੀ ਗਈ ਸੀਗੀ ਸਥਾਪਨਾ, ਇਹ ਕੀਤੀ ਗਈ ਸੀਗੀ ਜੰਗ ਬੰਗਾਲ ਮੂਵਮੈਂਟ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕਹਿੰਦਾ ਕਿਸ ਦੀ ਸਥਾਪਨਾ 1867 ਦੇ ਵਿੱਚ ਬੰਬਈ ਵਿੱਚ ਹੋਈ ਸੀਗੀ? ਸੋ ਪਰਮਹੰਸ ਮੰਡਲੀ, ਬ੍ਰਹਮੋ ਸਮਾਜ, ਪ੍ਰਾਰਥਨਾ ਸਮਾਜ ਜਾਂ ਬ੍ਰਹਮੋ ਮੰਡਲੀ। ਸੋ ਇਹਦੀ ਜੋ ਸਥਾਪਨਾ ਹੋਈ ਸੀਗੀ 1867 ਦੇ ਵਿੱਚ, ਇਹ ਹੋਈ ਸੀਗੀ ਪ੍ਰਾਰਥਨਾ ਸਮਾਜ ਦੀ ਸਥਾਪਨਾ ਹੋਈ ਸੀਗੀ 1867 ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਕਿੱਥੇ ਹੋਈ ਸੀਗੀ? ਬੰਬਈ ਦੇ ਵਿੱਚ। ਕਿਸ ਦੇ ਦੁਆਰਾ ਕੀਤੀ ਗਈ ਸੀ? ਇਹ ਕੀਤੀ ਗਈ ਸੀਗੀ ਆਤਮਾ ਰਾਮ ਪਾਂਡੂਰੰਗ ਦੇ ਦੁਆਰਾ
ਕੀਤੀ ਗਈ ਸੀਗੀ। ਆਤਮਾ ਰਾਮ ਪਾਂਡੂ ਰੰਗ, ਇਹਦੇ ਦੁਆਰਾ ਕੀ ਸੀਗਾ, ਬੰਬਈ ਦੇ ਵਿੱਚ 1867 ਦੇ ਵਿੱਚ ਪ੍ਰਾਰਥਨਾ ਸਮਾਜ ਦੀ ਸਥਾਪਨਾ ਕੀਤੀ ਗਈ ਸੀ। ਨੈਕਸਟ ਹੈ ਕਹਿੰਦਾ ਅੰਮ੍ਰਿਤਸਰ ਵਿੱਚ ਡੈਸ਼ ਦੀ ਸਥਾਪਨਾ ਵਿੱਚ ਸਿੰਘ ਸਭਾ ਲਹਿਰ ਦੇ ਦੁਆਰਾ ਕੀਤੀ ਗਈ ਸੀਗੀ। ਸੋ ਸਿੰਘ ਸਭਾ ਲਹਿਰ ਦੇ ਦੁਆਰਾ ਕਿਸ ਦੀ ਸਥਾਪਨਾ ਕੀਤੀ ਗਈ ਸੀ? ਖਾਲਸਾ ਕਾਲਜ, ਹਿੰਦੂ ਕਾਲਜ, ਲਾਹੌਰ ਕਾਲਜ ਜਾਂ DAV ਕਾਲਜ। ਸੋ ਸਿੰਘ ਸਭਾ ਲਹਿਰ ਦੇ ਦੁਆਰਾ ਸਥਾਪਨਾ ਕੀਤੀ ਗਈ ਸੀਗੀ ਖਾਲਸਾ ਕਾਲਜ ਦੀ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਸਿੰਘ ਸਭਾ ਲਹਿਰ ਕੀ ਸੀਗਾ, ਇਸ ਦਾ ਜ਼ੋਰ ਕਦੋਂ ਜ਼ਿਆਦਾ ਪਿਆ? ਸਿੰਘ ਸਭਾ ਲਹਿਰ 1849 ਦੇ ਵਿੱਚ ਕੀ ਹੋਇਆ ਸੀਗਾ, ਬ੍ਰਿਟਿਸ਼ ਸਰਕਾਰ ਨੇ ਪੰਜਾਬ ਨੂੰ ਆਪਣੇ ਦੇ ਵਿੱਚ ਸਾਮਰਾਜ ਦੇ ਵਿੱਚ ਜਾਂ ਆਪਣੇ ਖੇਤਰ ਦੇ ਵਿੱਚ ਮਿਲਾ ਲਿਆ ਸੀਗਾ। ਸੋ ਉਸ ਤੋਂ ਬਾਅਦ ਕੀ ਹੋਇਆ ਸੀਗਾ, ਸਿੱਖਾਂ ਨੂੰ ਧਰਮ ਪਰਿਵਰਤਨ ਕਰਨ ਲਈ ਕਿਹਾ ਜਾਂਦਾ ਸੀਗਾ, ਮੀਨਜ਼ ਈਸਾਈ ਧਰਮ ਵੱਲ ਕਨਵਰਟ ਕੀਤਾ ਜਾਣ ਲੱਗਿਆ। ਸੋ ਸਿੱਖਾਂ ਨੂੰ ਉਦੋਂ ਜ਼ਿਆਦਾ ਬਹੁਤ ਧੱਕਾ ਲੱਗਿਆ ਜਦੋਂ ਮਹਾਰਾਜਾ ਦਲੀਪ ਸਿੰਘ ਨੇ ਕੀ ਸੀ, ਆਪਦਾ 1853 ਦੇ ਵਿੱਚ ਕੀ ਹੋਇਆ ਸੀ, ਧਰਮ ਪਰਿਵਰਤਨ ਕਰ ਲਿਆ ਸੀਗਾ। ਸੋ ਉੱਥੇ ਕੀ ਹੋਇਆ ਸੀਗਾ, ਸਕੂਲ ਖੁੱਲ੍ਹਣ ਲੱਗ ਗਏ ਸੀ ਇਹਨਾਂ ਦੇ। ਇਸ ਨਾਲ ਸਿੱਖ ਕੀ ਹੋਏ ਸੀਗੇ, ਇਕੱਠੇ ਹੋਏ। ਉਹਨਾਂ ਨੇ ਇੱਕ ਸੰਗਠਨ ਕਹਿ ਲਓ ਜਾਂ ਸਥਾਪਨਾ ਕੀਤੀ, ਇੱਕ ਲਹਿਰ ਬਣਾਈ, ਸਿੰਘ ਸਭਾ ਲਹਿਰ। ਇਸ ਲਹਿਰ 1873 ਦੇ ਵਿੱਚ ਫਿਰ ਅੰਮ੍ਰਿਤਸਰ ਦੇ ਵਿੱਚ ਹੀ ਇਸ ਦਾ ਕੀ ਸੀਗਾ, ਮੇਨ ਦਫ਼ਤਰ ਸੀਗਾ ਜਾਂ ਹੈੱਡ ਕਹਿ ਲਓ, ਉੱਥੇ ਸੀਗਾ ਬਣਾਇਆ ਹੋਇਆ ਸੀਗਾ ਸੰਸਥਾ ਦਾ। ਸੋ ਫਿਰ ਕੀ ਹੋਇਆ, ਉੱਥੇ ਇਹਨਾਂ ਨੇ ਇਸ ਦੇ ਪ੍ਰਤੀ ਹੀ ਸਿੱਖਾਂ ਦੇ ਜੋ ਕਿ ਈਸਾਈ ਧਰਮ ਵੱਲ ਕਨਵਰਟ ਕਰ ਰਹੇ ਸੀਗੇ, ਉਹਨਾਂ ਨੂੰ ਵਾਪਸ ਲਿਆਉਣ ਲਈ ਜਾਂ ਉਹਨਾਂ ਨੂੰ ਸਹੀ ਗਾਈਡ ਕਰਨ ਲਈ ਇਹ ਲਹਿਰ ਦੀ ਸਥਾਪਨਾ ਕੀਤੀ ਸੀਗੀ। ਕਿਉਂਕਿ ਸਿੱਖ ਧਰਮ ਨੂੰ ਜੋ ਕਿ ਇੱਕ ਗਵਾਚ ਗਿਆ ਸੀਗਾ, ਉਸ ਨੂੰ ਕੀ ਸੀਗਾ, ਮੁੜ ਸਥਾਪਿਤ ਕਰਨ, ਉਹਦੀ ਸ਼ਾਨ ਨੂੰ ਦੁਬਾਰਾ ਸਥਾਪਿਤ ਕਰਨ ਲਈ ਇਸ ਲਹਿਰ ਦੀ ਸਥਾਪਨਾ ਕੀਤੀ ਗਈ ਸੀਗੀ। ਸੋ ਨੈਕਸਟ ਕਹਿੰਦਾ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸ ਦੇ ਦੁਆਰਾ ਕੀਤੀ ਗਈ ਸੀਗੀ? ਸਵਾਮੀ ਵਿਵੇਕਾਨੰਦ ਦੇ ਦੁਆਰਾ, ਸਵਾਮੀ ਹਰੀਨੰਦ ਦੇ ਦੁਆਰਾ, ਭਗਨੀ ਨਿਵੇਦਿਤਾ ਜਾਂ ਸਵਾਮੀ ਹਰੀਦਾਸ ਦੇ ਦੁਆਰਾ। ਸੋ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ ਗਈ ਸੀਗੀ ਸਵਾਮੀ ਵਿਵੇਕਾਨੰਦ ਦੇ ਦੁਆਰਾ। ਆਪਸ਼ਨ ਏ ਇਸ ਦਾ ਰਾਈਟ ਆਨਸਰ। ਸੋ ਕਦੋਂ ਕੀਤੀ ਸੀਗੀ? 1897 ਦੇ ਵਿੱਚ ਇਸ ਦੀ ਸਥਾਪਨਾ ਕੀਤੀ ਗਈ ਸੀਗੀ। ਨੈਕਸਟ ਅਫਰੀਕਾ ਦੇ ਗੁਲਾਮਾਂ ਨੂੰ ਅਮਰੀਕਾ ਦੇ ਵਿੱਚ ਡੈਸ਼ ਬੂਟਿਆਂ ਵਿੱਚ ਕੰਮ ਕਰਨ ਦੇ ਲਈ ਬਣਾਇਆ ਗਿਆ ਸੀ। ਮੀਨਜ਼ ਅਫਰੀਕਾ ਦੇ ਲੋਕਾਂ ਨੂੰ ਕੀ ਸੀਗਾ, ਗੁਲਾਮ ਬਣਾ ਕੇ ਅਮਰੀਕਾ ਲਿਜਾਇਆ ਜਾਂਦਾ ਸੀਗਾ। ਸੋ ਕੇਸ ਦੇ ਕੰਮ ਕਰਨ ਲਈ ਲਿਜਾਇਆ ਜਾਂਦਾ ਸੀਗਾ, ਚੌਲਾਂ ਦੀ ਖੇਤੀ, ਆਲੂ, ਕਪਾਹ ਜਾਂ ਕੌਫੀ। ਸੋ ਉਹਨਾਂ ਨੂੰ ਕਪਾਹ ਦੀ ਖੇਤੀ ਲਈ ਇਹ ਕੀ ਸੀਗਾ, ਅਫਰੀਕਾ ਲਿਜਾਇਆ ਜਾਂਦਾ ਸੀਗਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਲੱਖਾਂ ਲੋਕਾਂ ਨੂੰ ਲੈ ਕੇ ਆਏ ਸੀਗੇ 16ਵੀਂ ਤੋਂ 19ਵੀਂ ਸਦੀ ਤੱਕ ਅਫਰੀਕਾ ਦੇ ਲੋਕਾਂ ਨੂੰ ਅਮਰੀਕਾ ਦੇ ਵਿੱਚ ਲਿਜਾਇਆ ਗਿਆ ਸੀ ਗੁਲਾਮ ਬਣਾ ਕੇ। ਸੋ ਕੀ ਉੱਤਰ ਹੋ ਜੂਗਾ ਆਪਣਾ ਸਹੀ? ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਜੋਤੀਬਾ ਫੂਲੇ ਨੇ ਕਿਸ ਦੁਆਰਾ ਸਥਾਪਿਤ ਸਕੂਲ ਵਿੱਚ ਪੜ੍ਹਾਈ ਕੀਤੀ ਸੀ? ਸੋ ਕਿਸ ਸਕੂਲ ਵਿੱਚ ਪੜ੍ਹਾਈ ਕੀਤੀ ਸੀ ਜੋਤੀਬਾ ਫੂਲੇ ਨੇ? ਸੋ ਇਹ ਕੀਤੀ ਸੀ ਉਹਨਾਂ ਨੇ ਪੜ੍ਹਾਈ ਈਸਾਈ ਮਿਸ਼ਨਰੀ ਦੇ ਦੁਆਰਾ ਖੁੱਲ੍ਹੇ ਹੋਏ ਸਕੂਲਾਂ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੇਠਾਂ ਦਿੱਤੀ ਸੂਚੀ ਵਿੱਚੋਂ ਉਸ ਸ਼ਖਸੀਅਤ ਦਾ ਨਾਮ ਦੱਸੋ ਜਿਸ ਨੇ ਰਾਤ ਨੂੰ ਮੋਮਬੱਤੀਆਂ ਦੀ ਚਮਕਦੀ ਰੋਸ਼ਨੀ ਵਿੱਚ ਗੁਪਤ ਰੂਪ ਵਿੱਚ ਪੜ੍ਹਨਾ ਅਤੇ ਲਿਖਣਾ ਸਿੱਖ ਲਿਆ ਸੀਗਾ। ਸੋ ਉਹ ਕਿਹੜੀ ਲੇਡੀ ਸੀਗੀ ਜਿਸ ਨੇ ਰਾਤ ਨੂੰ ਮੋਮਬੱਤੀ ਦੀ ਰੋਸ਼ਨੀ ਵਿੱਚ ਪੜ੍ਹਨਾ, ਗੁਪਤ ਪੜ੍ਹਦੇ ਹੁੰਦੇ ਸੀ ਉਹ? ਸੋ ਉਹ ਕੌਣ ਸੀ? ਸੋ ਉਹ ਸਨ ਰਾਜਸੁੰਦਰੀ ਦੇਵੀ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਕੀ ਸੀਗਾ, ਰਾਤ ਨੂੰ ਮੋਮਬੱਤੀ ਦੇ ਚਾਨਣੇ ਪੜ੍ਹਦੇ ਸੀ। ਅੱਜ ਦਾ ਸਮਾਂ ਕੀ ਹੈਗਾ, ਹਰ ਇੱਕ ਫੈਸਿਲਿਟੀ ਆ, ਹਰ ਇੱਕ ਕੁਝ ਹੈਗਾ, ਪਰ ਆਪਣੇ ਕੀ ਹੈਗਾ ਫਿਰ ਵੀ ਨਹੀਂ ਪੜ੍ਹਦੇ। ਸੋ ਇਹ ਚੀਜ਼ਾਂ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ ਕਿ ਇੰਨੇ ਸਟਰਗਲ ਦੇ ਬਾਵਜੂਦ ਉਸ ਸਮੇਂ ਪੜ੍ਹਦੇ ਸੀ। ਦੇਖੋ ਇਸਤਰੀਆਂ ਪੜ੍ਹਦੀਆਂ ਸੀ। ਸੋ ਇਸ ਦੇ ਬਾਵਜੂਦ ਵੀ ਕਿੰਨੀਆਂ ਸਟਰਗਲ ਦੇ ਬਾਵਜੂਦ ਵੀ ਉਹ ਕਿਸ ਮੁਕਾਮ 'ਤੇ ਪਹੁੰਚੇ ਸੀ। ਸੋ ਅੱਜ ਦੀ ਇਸ ਸਥਿਤੀ ਇੰਨੀ ਫੈਸਿਲਿਟੀ ਆਪਣੇ ਕੋਲ, ਲਾਈਟ, AC, ਪੱਖੇ, ਉਹਦਾ ਕੋਈ ਵੀ ਸਹੂਲਤ ਨਹੀਂ ਸੀ। ਇਹ ਚੀਜ਼ਾਂ ਦੇ ਬਾਵਜੂਦ ਵੀ ਆਪਾਂ ਕੀ ਆ, ਅੱਜ ਦੇ ਸਮੇਂ 'ਚ ਆਪਣੇ ਆਪ ਨੂੰ ਇਹ ਚੀਜ਼ ਸਮਝਦੇ ਹੁਣ ਪੜ੍ਹਦੇ ਹਾਂ, ਆਪਾਂ ਟਾਈਮ ਸਪੈਂਡ ਨਹੀਂ ਕਰਦੇ। ਸੋ ਇਸ ਕਰਕੇ ਆਪਣੇ ਆਪ ਨੂੰ ਇਹ ਚੀਜ਼ਾਂ ਤੋਂ ਸਿੱਖਣਾ ਚਾਹੀਦਾ, ਇੱਕ ਮੋਟੀਵੇਟ ਲੈਣਾ ਚਾਹੀਦਾ ਇਹ ਚੀਜ਼ਾਂ ਤੋਂ। ਨੈਕਸਟ ਕਹਿੰਦਾ ਰਾਜਾ ਰਾਮ ਮੋਹਨ ਰਾਏ ਦੇ ਸੰਬੰਧ ਵਿੱਚ ਕੁਝ ਮਹੱਤਵਪੂਰਨ ਨੁਕਤੇ ਦਿੱਤੇ ਗਏ, ਉਹਨਾਂ 'ਚੋਂ ਕਿਹੜਾ ਸਹੀ ਨਹੀਂ ਆ, ਮੀਨਸ ਗਲਤ ਆ, ਕਿਹੜਾ ਗਾ? 3 ਸਹੀ ਹੋਣਗੇ, 1 ਗਲਤ ਹੋਊ। ਸੋ ਕਿਹੜਾ ਗਾ?
ਬ੍ਰਹਮੋ ਸਮਾਜ ਦੀ ਸਥਾਪਨਾ ਉਸਨੇ ਹਿੰਦੂ ਸਮਾਜ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਸੀ। ਸੋ ਇਹ ਵੀ ਸਹੀ ਆ। ਰਾਜਾ ਰਾਮ ਮੋਹਨ ਰਾਏ ਨੇ ਸਥਾਨਕ ਸੰਸਥਾਵਾਂ ਨੂੰ ਭਾਸ਼ਾਵਾਂ ਦਾ ਅਧਿਐਨ ਕਰਨਾ ਉਹ ਕਰਨਾ ਚਾਹੁੰਦਾ ਸੀ ਅਤੇ ਉਹ ਪੱਛਮੀ ਸਿੱਖਿਆ ਨੂੰ ਖ਼ਤਮ ਕਰਨਾ ਚਾਹੁੰਦਾ ਸੀ। ਇਹ ਬਿਲਕੁਲ ਗਲਤ ਆ। ਉਹ ਪੱਛਮੀ ਸਿੱਖਿਆ ਨੂੰ ਨਹੀਂ ਖ਼ਤਮ ਕਰਨਾ ਚਾਹੁੰਦੇ ਸੀ। ਸੋ ਇਹ ਕੀ ਆ ਜਾਊਗਾ ਗਲਤ। ਆਪਣਾ ਸਹੀ ਉੱਤਰ ਕੀ ਹੋ ਜਾਊਗਾ? ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਆਪਾਂ ਨੈਕਸਟ ਵੀ ਇੱਕ ਵਾਰ ਦੇਖਦੇ ਹਾਂ। ਕਹਿੰਦਾ ਉਹਨਾਂ ਨੇ ਆਪਣੀਆਂ ਲਿਖਤਾਂ ਰਾਹੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਪ੍ਰਾਚੀਨ ਗ੍ਰੰਥਾਂ ਵਿੱਚ ਵਿਧਵਾਵਾਂ ਨੂੰ ਸਾੜਨ ਦੀ ਪ੍ਰਥਾ ਵਿੱਚ ਕੋਈ ਪ੍ਰਵਾਨਗੀ ਨਹੀਂ ਸੀ। ਇਹ ਬਿਲਕੁਲ ਸਹੀ ਆ। ਉਹਨਾਂ ਨੇ ਇਹ ਚੀਜ਼ ਬਹੁਤ ਦਿਖਾਈ ਹੈ ਕਿ ਗ੍ਰੰਥਾਂ ਦੇ ਵਿੱਚ ਅਜਿਹੀ ਕੋਈ ਚੀਜ਼ ਨਹੀਂ ਲਿਖੀ ਹੋਈ ਕਿ ਵਿਧਵਾ ਨੂੰ ਉਸਦੀ ਪਤੀ ਦੀ ਚਿਤਾ ਦੇ ਨਾਲ ਸਾੜਿਆ ਜਾਣਾ ਗਾ। ਇਹ ਵੀ ਉਹਨਾਂ ਨੇ ਕੀ ਕਿਹਾ ਸੀ? ਗਲਤ ਆ। ਇਹ ਵੀ ਬਿਲਕੁਲ ਸਹੀ ਆ। ਰਵਿੰਦਰ ਨਾਥ ਟੈਗੋਰ ਨੇ ਉਹਨਾਂ ਨੂੰ ਭਾਰਤੀ ਪੁਨਰ ਜਾਗਰਣ ਦਾ ਪਿਤਾ ਕਿਹਾ ਸੀ। ਬਿਲਕੁਲ ਇਹ ਵੀ ਸਹੀ ਆ। ਸੋ ਗਲਤ ਕੀ ਆ? ਉਹ ਹੈਗਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, ਮਹਿਲਾਵਾਂ ਦੀ ਸਿੱਖਿਆ ਦੇ ਲਈ ਤਰਕ ਕਰਨ ਦੇ ਲਈ ਕੁਰਾਨ ਦੇ ਛੰਦਾਂ ਦੀ ਪੁਨਰ ਵਿਆਖਿਆ ਕਰਨ ਵਾਲੀ ਮਹੱਤਵਪੂਰਨ ਸਮਾਜ ਸੁਧਾਰਕ ਕੌਣ ਸੀ? ਸੋ ਕੁਰਾਨ ਦੇ ਛੰਦਾਂ ਨੂੰ ਦੁਬਾਰਾ ਉਸ ਦੀ ਵਿਆਖਿਆ ਕੀਤੀ ਸੀਗੀ, ਉਹ ਕਿਸ ਨੇ ਕੀਤੀ ਸੀਗੀ? ਐਨੀ ਬੇਸੈਂਟ ਨੇ, ਸਰੋਜਨੀ ਨਾਇਡੂ ਨੇ, ਰਾਸ਼ੁੰਦਰੀ ਦੇਵੀ ਨੇ ਜਾਂ ਮੁਮਤਾਜ਼ ਅਲੀ ਨੇ? ਸੋ ਇਹ ਜੋ ਕੀਤੀ ਸੀ, ਇਹ ਕੀਤੀ ਸੀ ਮੁਮਤਾਜ਼ ਅਲੀ ਨੇ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਉਹਨਾਂ ਨੇ ਇਹੀ ਕਿਹਾ ਸੀ ਕਿ ਮਹਿਲਾਵਾਂ ਦੀ ਸਿੱਖਿਆ ਨੂੰ ਪ੍ਰਾਪਤ ਕਰਨੀ ਚਾਹੀਦੀ ਹੈ, ਇਹਨਾਂ ਨੂੰ ਕੋਈ ਵੀ ਰੋਕ ਟੋਕ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਇਹੀ ਕਿਹਾ ਸੀ ਕਿ ਕੁਰਾਨ ਦੇ ਵਿੱਚ ਵੀ ਇਹੀ ਚੀਜ਼ ਛੰਦਾਂ ਦੇ ਵਿੱਚ ਲਿਖੀ ਹੋਈ ਹੈਗੀ। ਨੈਕਸਟ, ਆਪਣੇ ਭਰਾ ਦੀ ਪਤਨੀ ਸਤੀ ਹੋਣ ਪਿੱਛੋਂ ਕਿਸ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ ਸੀਗਾ? ਸਵਾਮੀ ਵਿਵੇਕਾਨੰਦ ਜੀ ਦੀ, ਰਾਮ ਮੋਹਨ ਰਾਏ ਜਾਂ ਦਇਆਨੰਦ ਸਰਸਵਤੀ ਜਾਂ ਈਸ਼ਵਰ ਚੰਦਰ ਵਿਦਿਆਸਾਗਰ? ਸੋ ਰਾਜਾ ਰਾਮ ਮੋਹਨ ਰਾਏ ਜੀ ਦੀ ਜੋ ਕਿ ਪਤਨੀ ਸਤੀ ਹੋਣ, ਭਰਾ ਦੀ ਪਤਨੀ ਸਤੀ ਹੋਣ ਪਿੱਛੋਂ ਕੀ ਹੋਇਆ ਸੀਗਾ? ਉਹਦੇ ਦਿਮਾਗ ਉੱਪਰ ਇੱਕ ਡੂੰਘਾ ਅਸਰ ਪਿਆ ਸੀ। ਸੋ ਜ਼ਿੰਦਗੀ ਦੇ ਵਿੱਚ ਉਹਦੇ ਨਵਾਂ ਮੋੜ ਆਇਆ ਸੀ। ਸੋ ਉਹਦੇ ਬ੍ਰਦਰ ਦੀ, ਰਾਜਾ ਰਾਮ ਮੋਹਨ ਰਾਏ ਜੀ ਦੀ ਡੈਥ ਹੋ ਗਈ ਸੀ। ਸੋ ਉਹਨਾਂ ਦੀ ਪਤਨੀ ਨੂੰ ਕੀ ਸੀਗਾ? ਚਿਤਾ ਦੇ ਵਿੱਚ ਜਿੰਦਾ ਜਲਾ ਦਿੱਤਾ ਗਿਆ ਸੀ, ਮੀਨਜ਼ ਸਤੀ ਕਰ ਦਿੱਤਾ ਗਿਆ ਸੀ। ਇਸ ਕਾਰਨ ਕੀ ਹੋਇਆ ਸੀਗਾ? ਉਹਨਾਂ ਦੇ ਦਿਮਾਗ ਦੇ ਉੱਪਰ ਡੂੰਘਾ ਅਸਰ ਪਿਆ ਸੀ। ਸੋ ਉਹ ਇਸ ਚੀਜ਼ ਦੇ ਖਿਲਾਫ ਹੋ ਗਏ ਸੀ। ਫਿਰ ਉਹਨਾਂ ਨੇ ਇਸ ਚੀਜ਼ ਦੇ ਉੱਪਰ ਬਹੁਤ ਜ਼ਿਆਦਾ ਜ਼ੋਰ ਦਿੱਤਾ। ਸੋ ਉਹਨਾਂ ਨੇ 1829 ਦੇ ਵਿੱਚ ਇਸ ਚੀਜ਼ ਨੂੰ ਖ਼ਤਮ ਕੀਤਾ। ਨੈਕਸਟ, ਬ੍ਰਿਟਿਸ਼ ਸਰਕਾਰ ਨੇ ਦਾਜ ਪ੍ਰਥਾ 'ਤੇ ਰੋਕ ਕਦੋਂ ਲਗਾਈ ਸੀਗੀ? 1834 ਵਿੱਚ, 40 ਵਿੱਚ, 43 ਵਿੱਚ ਜਾਂ 57 ਵਿੱਚ? ਸੋ ਬ੍ਰਿਟਿਸ਼ ਸਰਕਾਰ ਨੇ ਜੋ ਕਿ ਦਾਜ ਪ੍ਰਥਾ 'ਤੇ ਰੋਕ ਲਗਾਈ ਸੀ, ਇਹ ਲਗਾਈ ਸੀ 1843 ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ, 1886 ਵਿੱਚ ਇੰਗਲੈਂਡ ਵਿੱਚ ਥੀਓਸੋਫੀਕਲ ਸੁਸਾਇਟੀ ਵਿੱਚ ਸ਼ਾਮਲ ਹੋਈ ਸੀ। ਸੋ ਕੌਣ ਸ਼ਾਮਲ ਹੋਇਆ ਸੀ? ਥੀਓਸੋਫੀਕਲ ਸੁਸਾਇਟੀ। 1882 ਦੇ ਵਿੱਚ ਇਸ ਸੁਸਾਇਟੀ ਦੀ ਸਥਾਪਨਾ ਹੋਈ ਸੀਗੀ। ਸੋ ਜੋ ਕਿ ਇੰਗਲੈਂਡ ਦੇ ਵਿੱਚ ਇਸ ਦੀ ਮੀਟਿੰਗ ਹੋਈ ਸੀ, ਉੱਥੇ ਕੌਣ ਸ਼ਾਮਲ ਹੋਇਆ ਸੀ? ਇੰਦਰਾ ਗਾਂਧੀ, ਸਰੋਜਨੀ ਨਾਇਡੂ, ਐਨੀ ਬੇਸੈਂਟ ਜਾਂ ਉਪਰੋਕਤ ਸਾਰੇ? ਸੋ ਉਹਦੇ ਵਿੱਚ ਜੋ ਸ਼ਾਮਲ ਹੋਏ ਸੀ ਉਹ ਹੋਏ ਸੀ ਐਨੀ ਬੇਸੈਂਟ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ, 1854 ਵਿੱਚ ਵੁੱਡ ਡਿਸਪੈਚ ਵਿੱਚ ਡੈਸ਼ ਦੀ ਸਿੱਖਿਆ 'ਤੇ ਜ਼ੋਰ ਦਿੱਤਾ ਗਿਆ ਸੀ। ਸੋ ਕਿਸ ਦੀ ਸਿੱਖਿਆ 'ਤੇ ਜ਼ੋਰ ਦਿੱਤਾ ਗਿਆ ਸੀ? ਬਜ਼ੁਰਗਾਂ ਦੀ, ਬੱਚਿਆਂ ਦੀ, ਇਸਤਰੀਆਂ ਦੀ ਜਾਂ ਉਪਰੋਕਤ ਸਾਰੇ? ਸੋ 1854 ਦੇ ਵਿੱਚ ਜੋ ਕਿ ਇਸਤਰੀਆਂ ਦੀ ਸਿੱਖਿਆ ਦੇ ਉੱਪਰ ਜ਼ੋਰ ਦਿੱਤਾ ਗਿਆ ਸੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸੋ ਲਾਰਡ ਡਲਹੌਜੀ ਦੇ ਸਮੇਂ ਇਹ ਵੁੱਡ ਡਿਸਪੈਚ ਆਇਆ ਸੀ। ਇਹ ਇੱਕ ਇਸਤਰੀਆਂ ਦੀ ਸਿੱਖਿਆ ਨਾਲ ਰਿਲੇਟਡ ਸੀਗਾ, ਜ਼ੋਰ ਦਿੱਤਾ ਗਿਆ ਸੀ। ਇਸ ਨੂੰ ਸਿੱਖਿਆ ਦਾ ਮੈਗਨਾ ਕਾਰਟਾ ਵੀ ਕਿਹਾ ਜਾਂਦਾ ਗਾ। ਇਹ ਵੀ ਕਈ ਵਾਰ ਪੇਪਰ 'ਚ ਪੁੱਛ ਸਕਦਾ ਕਿ ਸਿੱਖਿਆ ਦਾ ਮੈਗਨਾ ਕਾਰਟਾ ਕਿਸ ਨੂੰ ਕਿਹਾ ਜਾਂਦਾ? ਸੋ ਕਿਹਾ ਜਾਂਦਾ ਗਾ ਵੁੱਡ ਡਿਸਪੈਚ ਨੂੰ। ਸੋ ਇਹ ਸੀ ਅੱਜ ਦੀ ਆਪਣੀ ਜਾਣਕਾਰੀ। ਉਮੀਦ ਆ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੀ ਹੋਵੇਗੀ। ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਅਤੇ ਆਪਣੇ ਜੋ ਕਿ PS ਟੈਟ ਦੀ ਤਿਆਰੀ ਕਰ ਰਹੇ ਉਹਨਾਂ ਨੂੰ ਹਰ ਇੱਕ ਨੂੰ ਇਹ ਚੀਜ਼ ਸ਼ੇਅਰ ਕਰਨੀ ਜੋ ਕਿ SST ਦੀ ਤਿਆਰੀ ਕਰ ਰਹੇ ਹੈਗੇ। ਸੋ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਅਤੇ ਨੈਕਸਟ ਟੋਪਿਕ ਦੇ ਵਿੱਚ। ਸੋ ਇਹਦਾ ਜੋ ਤੁਹਾਨੂੰ PDF ਹੈ ਉਹ ਟੈਲੀਗ੍ਰਾਮ ਦੇ ਵਿੱਚ ਮਿਲ ਜਾਵੇਗਾ। ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦਿੱਤਾ ਹੈ, ਉੱਥੇ ਤੁਸੀਂ ਕਰਕੇ ਜੁਆਇਨ ਕਰ ਸਕਦੇ ਹੋ। ਸੋ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਅਤੇ ਸਾਰਿਆਂ ਨੂੰ ਉਸ ਸਮੇਂ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ।